ਇੰਡੀਅਨ ਸਫਲ ਕਿਸਾਨ YouTube ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਤਰਸੇਮ ਸਿੰਘ ਬੁੱਟਰ ਬੰਗੀ ਦੇ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਪਿਆਰੇ ਦਰਸ਼ਕੋ, ਪਿਆਰੇ ਕਿਸਾਨੋ, ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਸਾਡੇ ਬਹੁਤ ਸਾਰੇ ਅਗਾਂਹ ਵਧੂ ਕਿਸਾਨ ਭਰਾਵਾਂ ਨੇ ਆਪਣੇ ਖੇਤਾਂ ਦੇ ਵਿੱਚ ਮੱਕੀ ਦੀ ਬਿਜਾਈ ਕੀਤੀ ਹੋਈ ਹੈ। ਕਣਕ ਤੋਂ ਬਾਅਦ ਜਾਂ ਕਹਿ ਲਓ ਕਿ ਝੋਨੇ ਦੀ ਲਵਾਈ ਤੋਂ ਪਹਿਲਾਂ ਕਈ ਥਾਵਾਂ 'ਤੇ ਅਸੀਂ ਦੇਖਦੇ ਹਾਂ ਕਿ ਮੂੰਗੀ ਹੇਠ ਵੀ ਰਕਬਾ ਲਿਆਂਦਾ ਹੈ। ਇਸ ਤੋਂ ਇਲਾਵਾ ਹਰੀ ਖਾਦ ਬਣਾਉਣ ਦੇ ਵਾਸਤੇ ਢੈਂਚਾ ਬੀਜ ਜੰਤਰ ਅਤੇ ਜਾਂ ਗੁਆਰਾ ਵਗੈਰਾ ਰਲਾ ਕੇ ਵੀ ਸਾਡੇ ਕਿਸਾਨਾਂ ਦੁਆਰਾ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਾਸਤੇ ਬੀਜੇ ਜਾ ਰਹੇ ਨੇ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਗੱਲਬਾਤ ਦਾ ਅਸੀਂ ਵਿਸ਼ਾ ਰੱਖਿਆ ਹੈ ਉਹ ਹੈ ਜੀ ਮੱਕੀ ਦੀ ਸਾਂਭ ਸੰਭਾਲ। ਕਿਉਂਕਿ ਸਾਡੇ ਪੂਰੇ ਪੰਜਾਬ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਇਸ ਵਾਰੀ ਰਿਕਾਰਡ ਤੋੜ ਮੱਕੀ ਦੀ ਬਿਜਾਈ ਹੋਈ ਹੈ, ਕਣਕ ਤੋਂ ਬਾਅਦ ਅਤੇ ਝੋਨੇ ਤੋਂ ਪਹਿਲਾਂ। ਇੱਥੋਂ ਤੱਕ ਕਿ ਭਾਵੇਂ ਕਿ ਮਈ ਦਾ ਜਿਹੜਾ ਪਹਿਲਾ ਹਫ਼ਤਾ ਚੱਲ ਰਿਹਾ, ਪਰ ਫਿਰ ਵੀ ਵੱਡੇ ਪੱਧਰ 'ਤੇ ਅਸੀਂ ਦੇਖਦੇ ਹਾਂ ਕਿ ਹੁਣ ਵੀ ਸਾਡੇ ਬਹੁਤ ਸਾਰੇ ਕਿਸਾਨ ਭਰਾ ਮੱਕੀ ਦੀ ਬਿਜਾਈ ਕਰ ਰਹੇ ਨੇ, ਮੱਕੀ ਦਾ ਬੀਜ ਲੱਭ ਰਹੇ ਨੇ ਉਹ। ਅਤੇ ਬਹੁਤ ਸਾਰੇ ਸਾਡੇ ਅਜਿਹੇ ਕਿਸਾਨ ਹੋਣਗੇ ਜਿਨ੍ਹਾਂ ਨੇ ਇਹ ਜਿਹੜੀ ਤੀਜੀ ਫਸਲ ਲੈਣ ਵਾਸਤੇ ਪਹਿਲੀ ਵਾਰੀ ਉਪਰਾਲਾ ਕੀਤਾ ਹੋਣਾ। ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਬੀਜੀ ਹੋਈ ਮੱਕੀ ਹੈ ਉਸ ਨੂੰ ਵਰਤਮਾਨ ਦਿਨਾਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਸਾਂਭ ਸੰਭਾਲ ਨੂੰ ਲੈ ਕੇ, ਖਾਸ ਕਰਕੇ ਸਿੰਚਾਈ ਪ੍ਰਬੰਧ, ਖਾਦ ਪ੍ਰਬੰਧ, ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਅਤੇ ਨਦੀਨ ਪ੍ਰਬੰਧ, ਇਸ ਵਿਸ਼ੇ 'ਤੇ ਅਸੀਂ ਗੱਲਬਾਤ ਕਰਾਂਗੇ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨੇ ਜੀ ਡਾਕਟਰ ਰਜਿੰਦਰ ਸਿੰਘ ਸਿੱਧੂ, ਖੇਤੀਬਾੜੀ ਵਿਕਾਸ ਅਫਸਰ, ਚਾਰਾ ਅਤੇ ਖੁਰਾਕ, ਜਿਹੜੇ ਕਿ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਵੱਲੋਂ ਇਸ ਵਕਤ ਤਾਇਨਾਤ ਨੇ ਮਾਨਸਾ ਵਿਖੇ। ਨਾਲੋਂ ਨਾਲ ਬਠਿੰਡਾ ਦਾ ਵੀ ਇਹਨਾਂ ਨੂੰ ਵਿਭਾਗ ਦੇ ਵੱਲੋਂ ਵਾਧੂ ਚਾਰਜ ਮਿਲਿਆ ਹੋਇਆ। ਤਾਂ ਡਾਕਟਰ ਸਾਹਿਬ ਦਾ ਪਸ਼ੂਆਂ ਦੀ ਖੁਰਾਕ ਦੇ ਉੱਤੇ, ਚਾਰੇ ਦੇ ਉੱਤੇ ਬਹੁਤ ਲੰਬਾ ਅਨੁਭਵ ਹੈ, ਖੇਤਰ ਦੇ ਵਿੱਚ ਵਿਚਰਦੇ ਨੇ। ਅਤੇ ਅੱਜ ਸਾਡੇ ਲਈ, ਸਾਡੇ ਚੈਨਲ ਦੇ ਲਈ, ਸਾਡੇ ਦਰਸ਼ਕਾਂ ਦੇ ਵਾਸਤੇ ਬੜੀ ਖੁਸ਼ਨਸੀਬੀ ਹੈ ਕਿ ਡਾਕਟਰ ਸਾਹਿਬ ਸਾਡੇ ਨਾਲ ਨੇ। ਇਸ ਵਕਤ ਅਸੀਂ ਖੜ੍ਹੇ ਹਾਂ ਜੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਦੇ ਸਰਦਾਰ ਜਗਜੀਤ ਸਿੰਘ ਸਿੱਧੂ, ਜਿਹੜੇ ਕਿ ਬਹੁਤ ਉੱਚ ਸ਼੍ਰੇਣੀ ਦੇ ਜਾਂ ਕਹਿ ਲਓ ਕਿ ਪੰਜਾਬ ਦੇ ਅਗਾਂਹ ਵਧੂ ਡੇਅਰੀ ਫਾਰਮਰਾਂ ਦੇ ਵਿੱਚੋਂ ਇੱਕ ਨੇ। ਉਹਨਾਂ ਦੇ ਖੇਤਾਂ ਦੇ ਵਿੱਚ ਬੀਜੀ ਹੋਈ ਮੱਕੀ ਦੇ ਵਿੱਚ ਅਸੀਂ ਖੜ੍ਹੇ ਹਾਂ, ਮੈਂ ਅਤੇ ਡਾਕਟਰ ਸਾਹਿਬ। ਤਾਂ ਡਾਕਟਰ ਸਾਹਿਬ ਤੋਂ ਜਾਣਾਂਗੇ ਗੱਲਾਂ ਬਾਤਾਂ। ਤਾਂ ਸਭ ਤੋਂ ਪਹਿਲਾਂ ਡਾਕਟਰ ਰਜਿੰਦਰ ਸਿੰਘ ਸਿੱਧੂ ਸਾਹਿਬ, ਤੁਹਾਡਾ ਸਾਡੇ ਇੰਡੀਅਨ ਸਫਲ ਕਿਸਾਨ YouTube ਚੈਨਲ ਦੇ ਵੱਲੋਂ ਸਾਡੇ ਇਸ ਸਿਲਸਿਲੇ ਦੇ ਵਿੱਚ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ ਬੁੱਟਰ ਸਾਹਿਬ, ਜਿਹੜਾ ਕਿ ਤੁਸੀਂ ਸਾਨੂੰ ਅੱਜ ਤੁਹਾਡੇ ਚੈਨਲ 'ਤੇ ਬੋਲਣ ਦਾ ਸਮਾਂ ਦਿੱਤਾ। ਇਸ ਵਾਸਤੇ ਤੁਹਾਡਾ ਬਹੁਤ ਹੀ ਧੰਨਵਾਦ ਜੀ। ਤਾਂ ਡਾਕਟਰ ਸਾਹਿਬ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਵੀ ਸਾਡੇ ਜਿਹੜੇ ਕਿਸਾਨ ਭਰਾ ਉਹ ਝੋਨਾ ਲਾਉਂਦੇ ਰਹੇ ਨੇ, ਤਾਂ ਝੋਨੇ ਤੋਂ ਪਹਿਲਾਂ ਅਤੇ ਕਣਕ ਤੋਂ ਬਾਅਦ ਅਕਸਰ ਅਸੀਂ ਦੇਖਦੇ ਸਾਂ ਕਿ ਜਿਹੜੇ ਖੇਤ ਹੈ ਉਹ ਸਾਡੇ ਖਾਲੀ ਪਏ ਹੁੰਦੇ ਸੀ। ਤਾਂ ਤੁਹਾਡੀ ਆਪਣੀ ਇੱਕ ਦ੍ਰਿਸ਼ਟੀ ਹੈ, ਤੁਹਾਡਾ ਆਪਣਾ ਇੱਕ ਅਨੁਭਵ ਹੈ, ਤੁਸੀਂ ਖੇਤਾਂ ਦੇ ਵਿੱਚ ਕਿਸਾਨਾਂ ਦੇ ਨਾਲ ਵਿਚਰਦੇ ਹੋ। ਤਾਂ ਇਸ ਵਾਰੀ ਉਹ ਕੀ ਕਾਰਨ ਬਣਿਆ ਜਿਹਦੇ ਕਰਕੇ ਐਡੇ ਵੱਡੇ ਪੱਧਰ 'ਤੇ ਸਾਡੇ ਕਿਸਾਨ ਭਰਾਵਾਂ ਨੇ ਮਾਲਵੇ ਦੇ ਵਿੱਚ ਆ ਕਣਕ ਦੀ ਵਾਢੀ ਤੋਂ ਬਾਅਦ ਖੇਤਾਂ ਦੇ ਵਿੱਚ ਮੱਕੀ ਦੀ ਬਿਜਾਈ ਕੀਤੀ? ਇਸ ਦੇ ਮੁੱਖ ਤੌਰ 'ਤੇ ਜਿੰਨਾ ਕੁ ਅਸੀਂ ਫੀਲਡ ਦੇ ਵਿੱਚ ਓਬਜ਼ਰਵ ਕੀਤਾ ਹੈ, ਦੋ ਮੁੱਖ ਕਾਰਨ ਬੁੱਟਰ ਸਾਹਿਬ ਲੱਗਦੇ ਨੇ ਜੀ। ਨੰਬਰ ਇੱਕ ਤਾਂ ਤੂੜੀ ਦਾ ਜਿਹੜਾ ਰੇਟ ਹੈ ਪਿਛਲੇ ਸਾਲ ਜਾਂ ਇਸ ਸਾਲ ਵੀ ਕਹਿ ਲਓ ਬਹੁਤ ਜ਼ਿਆਦਾ ਹੋ ਗਿਆ ਜੀ, ਜਿਸ ਕਰਕੇ ਕਿਸਾਨ ਦੀ ਸੋਚ ਹੈਗੀ ਕਿ ਉਹ ਆਪਦੀ ਤੂੜੀ ਹੈ ਜਿਹੜੀ ਮਾਰਕੀਟ ਦੇ ਵਿੱਚ ਵੇਚ ਕੇ ਚੰਗੇ ਪੈਸੇ ਕਮਾ ਲਵੇ ਜੀ, ਅਤੇ ਉਹਦੇ ਸਬਸਟੀਚਿਊਟ ਵੱਲੋਂ ਆਪਦੇ ਹਰਾ ਚਾਰਾ ਜਿਹੜਾ ਪਸ਼ੂਆਂ ਨੂੰ ਅਚਾਰ ਦੇ ਰੂਪ ਦੇ ਵਿੱਚ ਪ੍ਰਜ਼ਰਵ ਕਰ ਲਏ ਪਸ਼ੂਆਂ ਨੂੰ ਖਵਾਉਣ ਵਾਸਤੇ ਜੀ। ਦੂਸਰਾ ਕਾਰਨ ਜ਼ਿਮੀਂਦਾਰਾਂ ਦੇ ਵਿੱਚ ਜਾਗਰੂਕਤਾ ਵੀ ਜ਼ਿਆਦਾ ਹੋ ਗਈ, ਕਿਉਂਕਿ ਦਿਨੋਂ ਦਿਨ ਹੀ ਜਿਹੜਾ ਰਕਬਾ ਹਰੇ ਚਾਰੇ ਦਾ ਵੱਧ ਰਿਹਾ ਹੈ, ਖਾਸ ਕਰਕੇ ਝੋਨੇ ਔਰ ਕਣਕ ਦੇ ਗੈਪ ਦੇ ਵਿੱਚ ਜੀ, ਕਿਉਂਕਿ ਜ਼ਮੀਨਾਂ ਦੇ ਠੇਕੇ ਬਹੁਤ ਵੱਧ ਗਏ ਜੀ। ਪੂਰਾ ਸਾਲ ਵਾਸਤੇ ਕੋਈ ਵੀ ਜ਼ਿਮੀਂਦਾਰ ਅੱਜ ਕੱਲ੍ਹ ਪੂਰਾ ਏਕੜ ਜਾਂ ਆਪਦੇ ਲੋੜ ਜੋਗਾ ਜਿਹੜਾ ਵਾਹਣ ਹੈ ਉਹ ਖਾਲੀ ਨਹੀਂ ਰੱਖਦਾ ਜੀ। ਇਸ ਕਰਕੇ ਉਹ ਇਸ ਸਮੇਂ ਦੇ ਵਿੱਚ ਜਿਹੜਾ 2 ਮਹੀਨੇ ਦਾ 2.5 ਮਹੀਨੇ ਦਾ ਸਮਾਂ ਹੁੰਦਾ ਹੈ, ਇਸ ਦੇ ਵਿੱਚ ਹੀ ਉਹ ਆਪਣੇ ਜਿਹੜੇ ਮੱਕੀ ਦੀ ਫਸਲ ਬੀਜ ਕੇ ਅਤੇ ਉਸ ਦਾ ਅਚਾਰ ਬਣਾ ਕੇ ਪੂਰੇ ਸਾਲ ਵਾਸਤੇ ਆਪਦੇ ਪਸ਼ੂਆਂ ਵਾਸਤੇ ਸਾਂਭ ਕੇ ਰੱਖ ਲੈਂਦਾ ਹੈ, ਤਾਂ ਕਿ ਜਿਹੜਾ ਮੇਨ ਫਸਲਾਂ ਹੈ ਉਹ ਉਸੇ ਵਾਹਣ ਦੇ ਵਿੱਚ ਹੀ ਦੁਬਾਰਾ ਫਿਰ ਉਗਾਈਆਂ ਜਾ ਸਕਣ। ਇਹਦੇ ਵੀ ਇੱਕ ਵੱਡਾ ਕਾਰਨ ਹੈ। ਤਾਂ ਡਾਕਟਰ ਸਾਹਿਬ, ਉਦੋਂ ਬਾਅਦ ਗੱਲ ਕਿਸਮ ਦੀ ਆ ਜਾਂਦੀ ਹੈ, ਕਿਉਂਕਿ ਧਰਾਤਲ ਦੇ ਹਿਸਾਬ ਨਾਲ, ਪੌਣ ਪਾਣੀ ਦੇ ਹਿਸਾਬ ਦੇ ਨਾਲ, ਲੋੜਾਂ ਦੇ ਹਿਸਾਬ ਦੇ ਨਾਲ ਜਿਹੜੀ ਸਾਡੀ ਯੂਨੀਵਰਸਿਟੀ ਹੈ ਜਾਂ ਸਾਡੇ ਜਿਹੜੇ ਵਿਭਾਗ ਹੈ ਉਹਨਾਂ ਨੇ ਖੋਜਾਂ ਕਰਕੇ ਮੱਕੀ ਦੀਆਂ ਬੜੀਆਂ ਜਿਹੜੀਆਂ ਸੁਧਰੀਆਂ ਹੋਈਆਂ ਕਿਸਮਾਂ ਨੇ ਉਹ ਪੇਸ਼ ਕੀਤੀਆਂ ਕਿਸਾਨਾਂ ਦੇ ਵਾਸਤੇ। ਤਾਂ ਇਹ ਜਿਹੜੀ ਮੱਕੀ ਬੀਜੀ ਗਈ ਹੈ ਇਹ ਫਿਰ ਕਿਹੜੀ ਕਿਸਮ ਦੀ ਹੈ, ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਨੇ
ਕਿਹੜੀ ਕਿਸਮ ਦੀ ਮੱਕੀ ਦੀ ਬਿਜਾਈ ਕਰਨੀ ਹੈ ਜਿਹੜੀ ਗਰਮ ਰੁੱਤ ਦੇ ਵਾਸਤੇ ਠੀਕ ਹੈ, ਕਿਹੜੀਆਂ ਉਹ ਕਿਸਮਾਂ ਨੇ ਜਿਹੜੀਆਂ ਸਾਡੇ ਪੌਣ ਪਾਣੀ ਜਾਂ ਸਾਡੇ ਮਾਲਵੇ ਦੇ ਧਰਾਤਲ ਦੇ ਅਨੁਸਾਰ ਢੁਕਵੀਆਂ ਨੇ ਤੇ ਸਿਫਾਰਿਸ਼ ਕੀਤੀਆਂ ਨੇ? ਪੰਜਾਬ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੱਕੀ ਦੇ ਹਰੇ ਚਾਰੇ ਦੀਆਂ 2 ਸੁਧਰੀਆਂ ਕਿਸਮਾਂ ਜਿਹੜੀਆਂ ਅੱਜ ਕੱਲ੍ਹ ਸਿਫਾਰਿਸ਼ ਕੀਤੀਆਂ ਜੀ ਜੇ 1006 ਜੀ ਔਰ ਜੇ 1007 ਜੀ ਇਹ ਦੋਨੇ ਹੀ ਕਿਸਮਾਂ ਸਾਰੇ ਪੰਜਾਬ ਵਾਸਤੇ ਹੀ ਢੁਕਵੀਆਂ ਨੇ। ਜੀ ਗਰਮੀ ਦਾ ਜਿਹੜਾ ਤੁਸੀਂ ਕਹਿੰਦੇ ਸੀਜ਼ਨ ਇਹਦੇ ਵਿੱਚ ਵੀ ਇਹੀ ਵੈਰਾਈਟੀਆਂ ਬਹੁਤ ਕਾਮਯਾਬੀ ਨਾਲ ਲੱਗਦੀਆਂ ਜੀ ਔਰ ਇਹ ਦੂਜੇ ਮਹੀਨਾ 1.5 ਮਹੀਨਾ ਪਹਿਲਾਂ ਜਿਹੜੀ ਆਲੂ ਵਾਲੀ ਥਾਂ ਬਿਜਾਈ ਹੋਈ ਹੈ ਉੱਥੇ ਵੀ ਬਹੁਤ ਕਾਮਯਾਬੀ ਨਾਲ ਇਹ ਦੋਨੇ ਕਿਸਮਾਂ ਪੰਜਾਬ ਦੇ ਵਿੱਚ ਬਹੁਤ ਹੀ ਹਰ ਖਿੱਤੇ 'ਚ ਮਤਲਬ ਕਾਮਯਾਬ ਨੇ ਜੀ ਪਰ ਕੁਝ ਜਿਹੜੇ ਸਾਡੇ ਡੇਅਰੀ ਫਾਰਮਰ ਹੈ ਜੀ ਉਹ ਕੁਝ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਦੇ ਬੀਜ ਵੀ ਉਹ ਆਪਣੀ ਲੋੜ ਮੁਤਾਬਕ ਜਾਂ ਜਿਸ ਦਾ ਉਹਨੂੰ ਵਧੀਆ ਅੱਛਾ ਰਿਜ਼ਲਟ ਮਿਲਦਾ ਹੈ ਜੀ ਉਹ ਵੀ ਲਾ ਰਹੇ ਨੇ। ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੇ ਤਜਰਬੇ ਮੁਤਾਬਕ ਉਹ ਵੀ ਉਹਨਾਂ ਨੂੰ ਵਧੀਆ ਆਊਟਪੁੱਟ ਦੇ ਰਹੇ ਹੈ। ਇਸ ਜੀ। ਕਰਕੇ ਰਲਵੇਂ ਮਿਲਵੀਆਂ ਜਿਹੜੀਆਂ ਸਾਡੀਆਂ ਵੈਰਾਈਟੀਆਂ ਉਹ ਕੁਝ ਪ੍ਰਾਈਵੇਟ ਅਦਾਰਿਆਂ ਦੇ ਜੇ ਹਾਈਬ੍ਰਿਡ ਨੇ ਕੁਝ ਤੇ ਜਿਹਨੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਜੇ 1006 ਤੇ ਜੇ 1007 ਵੈਰਾਈਟੀਆਂ ਨੇ। ਜੀ ਤਾਂ ਜੇ 1006 ਤੇ ਜੇ 1007 ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀਆਂ ਗਈਆਂ ਜਿਹੜੀਆਂ ਕਿਸਮਾਂ ਨੇ ਸਾਡੇ ਪੰਜਾਬ ਦੇ ਕਿਸਾਨਾਂ ਦੇ ਵਾਸਤੇ ਜਾਂ ਪਸ਼ੂ ਪਾਲਕਾਂ ਦੇ ਵਾਸਤੇ। ਤਾਂ ਡਾਕਟਰ ਸਾਹਿਬ ਇਦੋਂ ਵੱਡੀ ਗੱਲ ਆ ਜਾਂਦੀ ਹੈ ਕਿਉਂਕਿ ਬੀਜ ਜੇਕਰ ਆਪਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਕਿੰਨਾ ਕੁ ਬੀਜ ਪੈ ਜਾਂਦਾ ਹੈ, ਖੇਤ ਦੀ ਕਿਵੇਂ ਤਿਆਰੀ ਹੁੰਦੀ ਹੈ ਤੇ ਬੀਜ ਬਿਜਾਈ ਦਾ ਫਿਰ ਢੰਗ ਤਰੀਕਾ ਕਿਹੜਾ ਜਿਹੜਾ ਅਪਣਾ ਕੇ ਸਾਡੇ ਕਿਸਾਨ ਭਰਾ ਮੱਕੀ ਦੀ ਕਾਸ਼ਤ ਕਰ ਸਕਦੇ ਨੇ? ਬੀਜ ਦੀ ਜਿਹੜੀ ਸਿਫਾਰਿਸ਼ ਹੈ ਯੂਨੀਵਰਸਿਟੀ ਵੱਲੋਂ 30 ਕਿਲੋ ਦੀ ਹੈ ਜੀ ਪਰ ਕੁਝ ਏਰੀਏ ਮੁਤਾਬਕ ਜਾਂ ਕਈ ਕਿਸਾਨ ਭਰਾਵਾਂ ਦਾ ਪਾਣੀ ਥੋੜ੍ਹਾ ਬਹੁਤਾ ਟਿਊਬਵੈਲ ਦਾ ਮਾੜਾ ਹੁੰਦਾ ਹੈ ਜੀ ਉੱਥੇ ਥੋੜ੍ਹਾ ਬਹੁਤਾ ਬੀ ਉਹ ਵਧਾ ਵੀ ਲੈਂਦੇ ਆ। ਜੀ ਤਾਂ ਅਸੀਂ ਕਹਿੰਦੇ ਹਾਂ ਵੀ ਯੂਨੀਵਰਸਿਟੀ ਦੀ ਸਿਫਾਰਿਸ਼ 30 ਕਿਲੋ ਹੈ ਪਰ ਅਸੀਂ ਆਪਦੇ ਫੀਲਡ ਦੇ ਤੌਰ ਤੇ ਕਹਿੰਦੇ ਵੀ ਸਾਡੇ ਮਾਲਵਾ ਦੇ ਵਿੱਚ ਕੁਝ ਰਾਮਪੁਰਾ ਏਰੀਆ ਨੂੰ ਛੱਡ ਕੇ ਜੀ ਅਸੀਂ ਕਹਿੰਦੇ ਨੇ ਵੀ 35 ਕਿਲੋ ਵੀ ਅੰਦਾਜ਼ਾ ਪਾ ਲੈਣਾ ਚਾਹੀਦਾ ਹੈ ਜੀ ਤਾਂ ਕਿ ਜਿਹੜੀ ਸਾਡੀ ਪਲਾਂਟੇਸ਼ਨ ਹੈ ਉਹ ਪੂਰੀ ਹੋ ਸਕੇ। ਜੀ ਤੇ ਬਿਜਾਈ ਦੇ ਜੇ ਤਰੀਕੇ ਹੈ ਡਰਿਲ ਨਾਲ ਵੀ ਬੀਜ ਸਕਦੇ ਹੋ ਜੀ ਤੇ ਅੱਜ ਕੱਲ੍ਹ ਤੇ ਮਸ਼ੀਨਰੀ ਨਵੀਂ ਆਈ ਹੈ ਪਾਣੀ ਦੀ ਬੱਚਤ ਵਾਸਤੇ ਜੀ ਜਿਵੇਂ ਅੱਜ ਕੱਲ੍ਹ ਆਪ ਦੇਖ ਰਹੇ ਹਾਂ ਆਪਾਂ ਸਾਰੇ ਇਹ ਬਿਜਾਈ ਕੀਤੀ ਹੋਈ ਹੈ ਬਿਲਕੁਲ ਇਹ ਆਪਦੀ ਇਹਨਾਂ ਨੇ ਬਣਾ ਕੇ ਬੱਟਾਂ ਬਣਾ ਕੇ ਜੀ ਉਸ ਤੇ ਇਹਨਾਂ ਨੇ ਬਿਜਾਈ ਕੀਤੀ ਹੈ। ਇਸ ਨਾਲ ਸਾਡੀ ਬੀਜ ਦੀ ਵੀ ਬੱਚਤ ਹੋ ਜਾਂਦੀ ਹੈ ਜੀ ਤੇ ਸਾਡੇ ਪਾਣੀ ਦੀ ਵੀ ਬੱਚਤ ਹੋ ਜਾਂਦੀ ਹੈ ਤੇ ਨਦੀਨਾਂ ਤੋਂ ਵੀ ਸਾਡਾ ਬਚਾਅ ਹੋ ਜਾਂਦਾ। ਜੀ ਪਿਆਰੇ ਦਰਸ਼ਕੋ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਜੀ ਮੱਕੀ ਦੀ ਸੁਚੱਜੀ ਕਾਸ਼ਤਕਾਰੀ ਬਾਰੇ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨੇ ਡਾਕਟਰ ਰਜਿੰਦਰ ਸਿੰਘ ਸਿੱਧੂ ਖੇਤੀਬਾੜੀ ਤੇ ਵਿਕਾਸ ਅਫਸਰ ਚਾਰਾ ਤੇ ਖੁਰਾਕ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਇਹ ਆਪਣੀਆਂ ਸੇਵਾਵਾਂ ਦੇ ਰਹੇ ਨੇ ਜੀ ਬਤੌਰ ਖੇਤੀਬਾੜੀ ਅਫਸਰ ਮਾਨਸਾ ਵਿਖੇ ਤੇ ਨਾਲੋਂ ਨਾਲ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਕੋਲੇ ਵਾਧੂ ਚਾਰਜ ਹੈ ਬਠਿੰਡਾ ਦਾ। ਤਾਂ ਡਾਕਟਰ ਸਾਹਿਬ ਅਗਲੀ ਜਿਹੜੀ ਗੱਲ ਆ ਜਾਂਦੀ ਹੈ ਮੱਕੀ ਦੀ ਕਾਸ਼ਤਕਾਰੀ ਦੇ ਵਿੱਚ ਸਮੇਂ ਦੀ ਤਾਂ ਮਤਲਬ ਕਿਹੜੇ ਮਹੀਨੇ ਤੋਂ ਲੈ ਕੇ ਕਿਹੜੇ ਮਹੀਨਿਆਂ ਦੇ ਦੌਰਾਨ ਜਾਂ ਕਿਹੜੇ ਹਫ਼ਤਿਆਂ ਦੇ ਵਿੱਚ ਮੱਕੀ ਦੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਜੋ ਇਹਦਾ ਜੰਮ ਚੰਗਾ ਹੋਵੇ ਇਹਦਾ ਝਾੜ ਚੰਗਾ ਹੋਵੇ ਇਹਦੀ ਉਪਜ ਚੰਗੀ ਹੋਵੇ? ਬਿਜਾਈ ਜਿੱਥੇ ਤੇ ਆਲੂਆਂ ਦੀ ਕਾਸ਼ਤ ਕਰਦੇ ਆ ਜੀ ਉਹ ਤਾਂ ਆਲਮੋਸਟ ਫਰਵਰੀ ਦੇ ਵਿੱਚ ਇਹਦੀ ਬਿਜਾਈ ਸ਼ੁਰੂ ਕਰ ਦਿੰਦੇ ਆ ਜੀ ਲਾਸਟ ਫਰਵਰੀ 'ਚ ਇਹਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ। ਟੈਂਪਰੇਚਰ ਉਸ 'ਤੇ ਵੀ ਇਹ ਬਹੁਤ ਵਧੀਆ ਦੇ ਦਿੰਦੀ ਹੈ ਜੀ ਪਰ ਜਿਹੜਾ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤਾ ਜਿਹੜਾ ਸਮਾਂ ਮਾਰਚ ਤੋਂ ਲੈ ਕੇ ਜੀ। ਅਗਸਤ ਸਾਰਾ ਅਗਸਤ ਔਰ ਸਤੰਬਰ ਤੇ 15 ਸਤੰਬਰ ਤੱਕ ਵੀ ਫੀਲਡ ਦੇ ਵਿੱਚ ਇਹਦੀ ਬਿਜਾਈ ਹੁੰਦੀ ਹੈ। ਜੀ ਇਸ ਕਰਕੇ ਮਾਰਚ ਤੋਂ ਲੈ ਕੇ ਸਤੰਬਰ ਤੱਕ ਇਹਦਾ ਢੁਕਵਾਂ ਸਮਾਂ ਹੈ। ਜੀ ਤਾਂ ਮਾਰਚ ਤੋਂ ਲੈ ਕੇ ਸਤੰਬਰ ਤੱਕ ਦਾ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਮੱਕੀ ਦੀ ਬਿਜਾਈ ਦਾ ਜਿਹੜਾ ਢੁਕਵਾਂ ਸਮਾਂ ਹੈ ਤਾਂ ਡਾਕਟਰ ਸਾਹਿਬ ਸਿੰਚਾਈ ਪ੍ਰਬੰਧ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ ਤੇ ਖਾਸ ਕਰਕੇ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਕਾਫੀ ਗਰਮੀ ਪੈ ਰਹੀ ਹੈ ਤਪਸ਼ ਵੱਧ ਰਹੀ ਹੈ ਗਰਮ ਹਵਾਵਾਂ ਲੂ ਵੀ ਜਿਹੜੀ ਚੱਲ ਰਹੀ ਹੈ ਤਾਂ ਜਿਹੜੀ ਮੱਕੀ ਦੀ ਕਾਸ਼ਤਕਾਰੀ ਹੈ ਇਹਦੇ ਵਿੱਚ ਜਿਹੜਾ ਪਾਣੀਆਂ ਦਾ ਪ੍ਰਬੰਧ ਹੈ ਸਿੰਚਾਈ ਦਾ ਪ੍ਰਬੰਧ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ? ਕਿੰਨੇ ਕੁ ਪਾਣੀਆਂ ਦੀ ਕਦੋਂ ਜ਼ਰੂਰਤ ਹੁੰਦੀ? ਪਹਿਲੀ ਤਾਂ ਜੋ ਅਸੀਂ ਡਰਲ ਨਾਲ ਜੇ ਕਰਦੇ ਹਾਂ ਬਿਜਾਈ ਜੀ ਤਾਂ ਉਦੋਂ ਸਾਨੂੰ ਰੌਣੀ ਕਰਨੀ ਪੈਂਦੀ ਹੈ ਭਰਮੀ ਜੀ ਤੇ ਜੇ ਅਸੀਂ ਬੀਜਦੇ ਹਾਂ ਵੱਟਾਂ ਤੇ ਜੀ ਤਾਂ ਅਸੀਂ ਬਿਜਾਈ ਕਰਨ ਤੋਂ ਬਾਅਦ ਉਹਨੂੰ ਪਹਿਲਾਂ ਪਾਣੀ ਲਾਉਣਾ ਹੁੰਦਾ ਜੀ ਇੱਕ ਧਿਆਨ ਜ਼ਰੂਰ ਰੱਖਣਾ ਹੁੰਦਾ ਜਿਹੜਾ ਕਿ ਅਸੀਂ ਖਾਲੀਆਂ ਦੇ ਵਿੱਚ ਖਾਲੀਆਂ ਬਣਾ ਕੇ ਇਹਨੂੰ ਲਾਉਂਦੇ ਹਾਂ ਮੱਕੀ ਨੂੰ ਜੀ ਉਸ 'ਚ ਪਹਿਲਾਂ ਪਾਣੀ ਜ਼ਿਆਦਾ ਭਰਮਾ ਨਹੀਂ ਲਾਉਣਾ ਚਾਹੀਦਾ। ਜੀ ਜੇ ਵੱਟਾਂ ਦੇ ਉੱਤੋਂ ਦੀ ਪਾਣੀ ਫਿਰ ਗਿਆ ਤਾਂ ਮੱਕੀ ਪੀਲੀ ਪੈ ਜਾਂਦੀ ਹੈ ਜੀ ਉਸ ਨੂੰ ਤਾਂ ਸਿਰਫ ਸਲਾਬ ਚੜੇ ਬੀਜ ਨੂੰ ਬਿਲਕੁਲ ਇਸ ਕਰਕੇ ਇੱਕ ਬਿਜਾ ਪਾਣੀ ਤਾਂ ਸਾਡਾ ਪਹਿਲਾ ਜੀ ਤੇ ਉਸ ਤੋਂ ਬਾਅਦ ਟੈਂਪਰੇਚਰ ਮੁਤਾਬਕ ਜਿਵੇਂ ਹੁਣ ਆਲੂਆਂ ਵਾਲੀ ਜਿਹੜੀ ਮੱਕੀ ਹੈ ਉਸ ਨੂੰ 15 20 ਦਿਨ ਵੀ ਪਹਿਲਾਂ ਨਿਕਲ ਜਾਂਦੇ ਆ ਜੀ ਪਰ ਜਿਹੜਾ ਹੁਣ ਅੱਜ ਕੱਲ੍ਹ ਦਾ ਸਮਾਂ ਜਿਵੇਂ ਹੁਣ ਮਈ ਦਾ ਜਿਵੇਂ ਅੱਜ ਆਪਾਂ 1 ਮਈ ਨੂੰ ਇੱਥੇ ਗੱਲ ਕਰ ਰਹੇ ਹਾਂ ਜੀ ਤੇ ਟੈਂਪਰੇਚਰ ਪਿਛਲੇ 3-4 ਦਿਨਾਂ ਤੋਂ 44 45 46 ਤੱਕ ਵੀ ਪਹੁੰਚ ਚੁੱਕਿਆ ਹੈ ਜੀ ਤੇ ਇਸ ਕਰਕੇ ਸਾਨੂੰ
ਇਸ ਮਹੀਨੇ ਦੇ ਵਿੱਚ ਗਰਮੀ ਨੂੰ ਦੇਖਦੇ ਹੋਏ ਹਰ ਹਫ਼ਤੇ ਹੀ ਇਹਨਾਂ ਨੂੰ ਪਾਣੀ ਜ਼ਰੂਰ ਲਾਉਣਾ ਚਾਹੀਦਾ ਜੀ। ਇਸ ਕਰਕੇ ਸਮੇਂ ਮੁਤਾਬਕ ਪਾਣੀ 'ਚ ਹੇਰ ਫੇਰ ਤੁਸੀਂ ਕਰ ਸਕਦੇ ਹੋ। ਜੇ ਬਰਸਾਤ ਹੋ ਜਾਂਦੀ ਹੈ ਤਾਂ ਕੁਛ ਨਿਕਲ ਵੀ ਸਕਦੇ ਨੇ। ਜੀ ਤਾਂ ਟੈਂਪਰੇਚਰ ਨੂੰ, ਤਾਪਮਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਸਿੰਚਾਈ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਅਤੇ ਮੱਕੀ ਦੇ ਇੱਕ ਜ਼ਰੂਰ ਧਿਆਨ ਰੱਖਣਾ ਚਾਹੀਦਾ, ਇਹ 'ਚ ਵੀ ਚੰਗਾ ਪਾਣੀ ਲਾਉਣਾ ਚਾਹੀਦਾ ਜੀ। ਜੇ ਚੰਗਾ ਪਾਣੀ ਤੁਹਾਡੇ ਕੋਲ ਉਪਲਬਧ ਨਹੀਂ, ਰਲਾ ਮਿਲਾ ਕੇ ਲਾ ਲਓ ਜੀ ਜੇ ਖੁਦਾ ਨਾ ਖਾਸਤਾ ਕਿਤੇ ਇਕੱਲਾ ਲਾਉਣਾ ਪੈ ਜਾਂਦਾ ਹੈ ਜੀ ਤਾਂ 2 ਕੁ ਪਾਣੀ ਕਿਸੇ ਆਪਦੇ ਟਿਊਬਵੈੱਲ ਦੇ ਲਾ ਕੇ, ਤੀਜਾ ਪਾਣੀ ਨਹਿਰ ਦਾ ਲੱਗ ਜੇ। ਇਸ ਤਰ੍ਹਾਂ ਕਰਕੇ ਜਿਹੜਾ ਸਿੰਚਾਈ ਦਾ ਪ੍ਰਬੰਧ ਕਰੋਗੇ ਤਾਂ ਜਿਹੜਾ ਤੁਹਾਡੀ ਮੱਕੀ ਜ਼ਿਆਦਾ ਸਫਲ ਨੂੰ ਉਗਾ ਸਕੋਗੇ ਅਤੇ ਝਾੜ ਵੀ ਜ਼ਿਆਦਾ ਲੈ ਸਕੋਗੇ। ਜੀ ਡਾਕਟਰ ਸਾਹਿਬ, ਮੈਂ ਇਹ ਦੇਖ ਰਿਹਾ ਸਰਦਾਰ ਜਗਜੀਤ ਸਿੰਘ ਸਿੱਧੂ ਪਿੰਡ ਕੋਟ ਸ਼ਮੀਰ ਦੇ ਖੇਤਾਂ ਦੇ ਵਿੱਚ, ਇਹ ਜਿਹੜਾ ਮੱਕੀ ਦਾ ਖੇਤ ਹੈ ਉਹਨਾਂ ਦੀ ਸਿੱਧੂ ਡੇਅਰੀ ਫਾਰਮ ਦੇ ਬਿਲਕੁਲ ਨਾਲ ਹੈ। ਤਾਂ ਇਹਦੇ ਵਿੱਚ ਵੱਟਾਂ ਬਣਾਈਆਂ ਨੇ, ਬੈੱਡ ਬਣਾ ਕੇ ਇਹਨਾਂ ਨੇ ਦੇਖੋ ਬਿਜਾਈ ਕੀਤੀ ਹੋਈ ਹੈ। ਤਾਂ ਆਹ ਜਿਹੜਾ ਪਾਣੀ ਹੈ, ਇਹ ਜਿਹੜਾ ਖੜਾ ਹੈ ਆੜਾਂ ਦੇ ਵਿੱਚ, ਇਹ ਮੈਨੂੰ ਵੱਖਰੀ ਜਿਹੀ ਭਾਂਤ ਦਾ ਲੱਗਦਾ ਹੈ। ਅਤੇ ਤੁਹਾਡਾ ਸਿੱਧੂ ਸਾਹਿਬ ਦੇ ਨਾਲ ਬੜਾ ਪ੍ਰੇਮ ਹੈ, ਤੁਸੀਂ ਇਹਨਾਂ ਦੀ ਡੇਅਰੀ ਦੇ ਉੱਤੇ ਆਉਂਦੇ ਰਹਿੰਦੇ ਹੋ। ਪਸ਼ੂ ਪਾਲਣ ਵਿਭਾਗ ਦੇ ਵੱਲੋਂ ਸਮੇਂ-ਸਮੇਂ ਇਹਨਾਂ ਨੂੰ ਤੁਸੀਂ ਦਿਸ਼ਾ ਨਿਰਦੇਸ਼ ਦਿੰਦੇ ਹੋ, ਇਹਨਾਂ ਦੀ ਅਗਵਾਈ ਵੀ ਕਰਦੇ ਹੋ ਅਤੇ ਇਹਨਾਂ ਨੂੰ ਤੁਸੀਂ ਪ੍ਰੇਰਿਤ ਵੀ ਕਰਦੇ ਰਹਿੰਦੇ ਹੋ, ਜਾਗਰੂਕ ਵੀ ਕਰਦੇ ਰਹਿੰਦੇ ਹੋ, ਖਾਸ ਕਰਕੇ ਖੁਰਾਕ ਅਤੇ ਚਾਰੇ ਦੇ ਪ੍ਰਬੰਧ ਨੂੰ ਲੈ ਕੇ। ਤਾਂ ਇਹ ਕੋਈ ਨਵਾਂ ਤਜਰਬਾ ਇਹਨਾਂ ਦਾ? ਇਹਨਾਂ ਨੇ ਆਪਣੇ ਪਸ਼ੂਆਂ ਦੇ ਜਿਹੜੇ ਸ਼ੈੱਡ ਬਣਾਏ ਆ, ਜਿੱਥੇ ਪਸ਼ੂ ਰੁਕਦੇ ਨੇ, ਉਹਨਾਂ ਦੀ ਸਾਫ਼ ਸਫਾਈ ਹੁੰਦੀ ਹੈ ਜਿਹੜੀ ਜੀ। ਉਹ ਸਾਰਾ ਗੋਬਰ, ਸਾਰਾ ਹੀ ਪਸ਼ੂਆਂ ਦਾ ਜਿਹੜਾ ਪਿਸ਼ਾਬ ਹੈ, ਉਹ ਪਿੱਛੇ ਇੱਕ ਇਹਨੇ ਡੱਗ ਬਣਾਇਆ ਹੋਇਆ, ਉਹਦੇ ਵਿੱਚ ਉਹ ਜਮ੍ਹਾਂ ਹੁੰਦਾ ਰਹਿੰਦਾ। ਉਹਦੇ ਵਿੱਚ ਦੀ ਹੀ ਆਪਣੀ ਜਿਹੜੀ ਸਿੰਚਾਈ ਦਾ ਪ੍ਰਬੰਧ ਹੈ, ਉਸ ਖਾਦ ਔਰ ਪਿਸ਼ਾਬ ਨੂੰ ਮਿਕਸ ਕਰਕੇ ਹੀ ਕਰਦੇ ਆ। ਇਸੇ ਕਰਕੇ ਤੁਸੀਂ ਦੇਖੋਗੇ ਇਹਦੇ ਵਿੱਚ ਹਰਿਆਲੀ ਤੇ ਥੋੜ੍ਹੇ ਗੋਹੇ ਦੀ ਸਮੈਲ ਜਾਂ ਇਸ ਤਰ੍ਹਾਂ ਕਰਕੇ ਥੋੜ੍ਹੀ ਆਉਂਦੀ ਹੈ। ਇਸ ਕਰਕੇ ਇਹ ਇਹਦੇ ਨਾਲ ਥੋੜ੍ਹੀ ਖਾਦ ਦੀ ਵੀ ਬੱਚਤ ਕਰਦੇ ਆ ਜੀ, ਅਤੇ ਜਿਹੜਾ ਇਹਨਾਂ ਦਾ ਜ਼ਮੀਨ ਸੁਧਾਰ ਵੀ ਇਹਦੇ ਨਾਲ ਬਹੁਤ ਵਧੀਆ ਹੁੰਦਾ ਰਹਿੰਦਾ ਜੀ। ਤਾਂ ਡਾਕਟਰ ਸਾਹਿਬ, ਮੈਂ ਕਿਤੋਂ ਇਹ ਸੁਣਿਆ ਸੀ ਕਿ ਜੇ ਕਣਕ ਦੇ ਵਿੱਚ ਕਹਿੰਦੇ ਕੁਝ ਖਾਸ ਅਜਿਹੇ ਜ਼ਹਿਰ ਹੁੰਦੇ ਆ, ਜੇ ਉਹਨਾਂ ਦੀ ਵਰਤੋਂ ਕੀਤੀ ਹੋਵੇ ਤਾਂ ਕਹਿੰਦੇ ਉਹਨਾਂ ਖੇਤਾਂ ਦੇ ਵਿੱਚ ਜੇ ਅਸੀਂ ਮੱਕੀ ਬੀਜ ਦਿਆਂਗੇ ਤਾਂ ਫਿਰ ਉਹ ਮੱਕੀ ਦਾ ਕੋਈ ਵਾਧਾ ਵਿਕਾਸ ਨਹੀਂ ਹੁੰਦਾ, ਝਾੜ ਨਹੀਂ ਹੁੰਦਾ। ਇਹ ਗੱਲ ਦੇ ਵਿੱਚ ਕੋਈ ਸੱਚਾਈ ਹੈ? ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਹਾਂਜੀ, ਕੁਛ ਸਾਡੇ ਕੈਮੀਕਲ ਜਿਹੜੇ ਸਾਡੇ ਅਸੀਂ ਕਣਕ ਦੇ ਵਿੱਚ ਬੀਜ ਨਦੀਨਨਾਸ਼ਕ ਦਵਾਈਆਂ ਵਾਸਤੇ ਟੋਟਲ ਵਗੈਰਾ ਕਰਦੇ ਹਾਂ ਜੀ, ਤਾਂ ਉਸ ਤੋਂ ਅਗਲੇ ਫਸਲ ਜੇ ਅਸੀਂ ਮੱਕੀ ਦੀ ਲੈਂਦੇ ਹਾਂ ਤਾਂ ਉਸ 'ਤੇ ਸਾਡੇ ਜਰਮੀਨੇਸ਼ਨ 'ਤੇ ਉਹਦਾ ਅਸਰ ਪੈਂਦਾ ਜੀ। ਜੀ। ਤਾਂ ਡਾਕਟਰ ਸਾਹਿਬ, ਮੱਕੀ ਦੀ ਬਿਜਾਈ ਦੇ, ਮੱਕੀ ਦੀ ਕਾਸ਼ਤਕਾਰੀ ਦੇ ਵਿੱਚ ਜਿਹੜੀ ਅਗਲੀ ਮਹੱਤਵਪੂਰਨ ਗੱਲ ਮੇਰੇ ਹਿਸਾਬ ਨਾਲ ਇੰਡੀਅਨ ਸਫਲ ਕਿਸਾਨ YouTube ਚੈਨਲ ਦੇ ਦਰਸ਼ਕਾਂ ਦੇ ਵਾਸਤੇ ਇਹ ਹੋਣੀ ਹੈ ਖਾਦ ਪ੍ਰਬੰਧ ਦੀ, ਕਿਉਂਕਿ ਬਹੁਤ ਸਾਰੀਆਂ ਖਾਦਾਂ ਦੀ ਵਰਤੋਂ ਸਾਡੇ ਕਿਸਾਨ ਭਰਾ ਕਣਕ ਦੇ ਦੌਰਾਨ ਕਰਦੇ ਨੇ। ਤਾਂ ਉਸ ਤੋਂ ਦੇਖੋ ਤੁਰੰਤ ਬਾਅਦ ਮੱਕੀ ਦੀ ਬਿਜਾਈ ਕੀਤੀ ਜਾਂਦੀ ਹੈ। ਤਾਂ ਮੱਕੀ ਦੀ ਬਿਜਾਈ ਤੋਂ ਲੈ ਕੇ ਇਸ ਦੇ ਮਤਲਬ ਕਟਾਈ ਤੱਕ ਦੇ ਸਫ਼ਰ ਦੇ ਵਿੱਚ ਪ੍ਰਮੁੱਖ ਤੌਰ 'ਤੇ ਕਿਹੜੀ ਕਿਸਮ ਦੀਆਂ ਕੋਈ ਦੇਸੀ ਖਾਦਾਂ, ਕੋਈ ਜੈਵਿਕ ਖਾਦਾਂ ਜਾਂ ਕੋਈ ਰਸਾਇਣਕ ਖਾਦਾਂ ਦੀ ਵਰਤੋਂ ਕਦੋਂ ਅਤੇ ਕਿੰਨੀ ਮਾਤਰਾ ਦੇ ਵਿੱਚ ਕਰਨੀ ਚਾਹੀਦੀ ਹੈ? ਮੱਕੀ ਦੀ ਸਫਲ ਕਾਸ਼ਤ ਵਾਸਤੇ 10 ਟਨ ਚੰਗੀ ਤਰ੍ਹਾਂ ਗਲੀ ਸੜੀ ਹੋਈ ਜਿਹੜੀ ਰੂੜੀ ਦੀ ਖਾਦ ਸਾਨੂੰ ਪ੍ਰਤੀ ਏਕੜ ਜ਼ਰੂਰ ਪਾਉਣੀ ਚਾਹੀਦੀ ਹੈ, ਕਿਉਂਕਿ ਮੱਕੀ ਹੈ ਜਿਹੜੀ ਇਹੋ ਜਿਹੀ ਫਸਲ ਹੈ ਜਿਹੜੀ ਕਿ ਸਾਡੇ ਦੇਸੀ ਖਾਦ ਨੂੰ ਬਹੁਤ ਹੀ ਜ਼ਿਆਦਾ ਵਧੀਆ ਰਿਸਪੌਂਸ ਦਿੰਦੀ ਹੈ ਜੀ। ਇਸ ਕਰਕੇ ਹਰ ਜ਼ਿਮੀਂਦਾਰ ਨੂੰ ਜਿੱਥੇ ਮੱਕੀ ਦੀ ਬਿਜਾਈ ਕਰਨੀ ਹੈ ਉੱਥੇ ਦੇਸੀ ਖਾਦ ਜ਼ਰੂਰ ਪਾਓ। ਉਸ ਤੋਂ ਇਲਾਵਾ ਰਸਾਇਣਿਕ ਖਾਦਾਂ ਦੀ ਜਿਹੜੀ ਸਿਫਾਰਿਸ਼ ਹੈ ਸਾਡੀ ਯੂਨੀਵਰਸਿਟੀ ਵੱਲੋਂ ਜੀ, 110 ਕਿਲੋ ਇਹਦੇ ਵਿੱਚ ਯੂਰੀਆ ਪੈਣੀ ਹੈ ਜੀ, ਅਤੇ 150 ਕਿਲੋ ਇਹਦੇ ਵਿੱਚ ਪੈਣੀ ਹੈ ਸੁਪਰ ਫਾਸਫੇਟ ਜੀ। ਜੇ ਸੁਪਰ ਫਾਸਫੇਟ ਤੁਹਾਡੇ ਕੋਲ ਅਵੇਲੇਬਲ ਨਹੀਂ, ਤੁਸੀਂ DAP ਪਾਈ ਹੈ ਜੀ, ਤਾਂ ਤੁਸੀਂ ਫਿਰ 20 ਕਿਲੋ ਯੂਰੀਆ ਇਸ ਤੋਂ ਘਟਾ ਦੇਣੀ ਹੈ ਜੀ, ਅਤੇ DAP ਦੀ ਤੁਸੀਂ ਇੱਕੋ ਹੀ ਬੋਰੀ ਪਾਉਣੀ ਹੈ ਜੀ। ਸੁਪਰ ਦੀਆਂ 3 ਬੋਰੀਆਂ, ਜੇ ਉਹ ਨਹੀਂ ਤਾਂ DAP ਦੀ 1 ਬੋਰੀ ਜੀ, ਅਤੇ ਉਹਦੇ ਨਾਲ 90 ਕਿਲੋ ਯੂਰੀਆ ਹੋ ਜੂਗੀ ਜੀ। ਸਾਰਾ DAP ਅਤੇ ਸੁਪਰ ਜੀ, ਅੱਧਾ ਯੂਰੀਆ ਇਹ ਬਿਜਾਈ ਵੇਲੇ ਪਾ ਦੇਣਾ ਜੀ, ਅੱਧਾ ਯੂਰੀਆ ਬਾਅਦ ਤੁਸੀਂ ਪਹਿਲੇ ਪਾਣੀ 'ਤੇ ਜਿੱਥੇ ਜ਼ਮੀਨਾਂ ਹਲਕੀਆਂ ਉਹਦੇ 2 ਹਿੱਸੇ 2 ਖੁਰਾਕਾਂ 'ਚ ਦੇ ਦਿਓ ਜੀ, ਅਤੇ ਜਿੱਥੇ ਜ਼ਮੀਨ ਭਾਰੀ ਹੈ ਉੱਥੇ ਤੁਸੀਂ ਇੱਕੋ ਹੀ ਖੁਰਾਕ ਦੇ ਵਿੱਚ ਉਹ ਯੂਰੀਆ ਦੇ ਸਕਦੇ ਹੋ। ਨਦੀਨਾਂ ਦੀ ਰੋਕਥਾਮ ਦੇ ਵਾਸਤੇ ਜਾਂ ਨਦੀਨਾਂ ਨੂੰ ਖਤਮ ਕਰਨ ਦੇ ਵਾਸਤੇ ਕਿਹੜੀ ਕਿਸਮ ਦੇ ਵਿਧੀ ਵਿਧਾਨ ਹੈ, ਭਾਵੇਂ ਉਹ ਰਸਾਇਣਕ ਤਰੀਕੇ ਨੇ, ਭਾਵੇਂ ਉਹ ਗੈਰ ਰਸਾਇਣਕ ਤਰੀਕੇ ਨੇ, ਜਿਹਦੀ ਵਰਤੋਂ ਕਰਕੇ ਸਾਡੇ ਪੰਜਾਬ ਦੇ ਮੱਕੀ ਕਾਸ਼ਤਕਾਰ ਨਦੀਨਾਂ 'ਤੇ ਕਾਬੂ ਪਾ ਕੇ ਅਤੇ ਮੱਕੀ ਦਾ ਚੰਗਾ ਝਾੜ ਲੈ ਕੇ ਆਪਣੇ ਜਿਹੜੇ ਜਾਨਵਰ ਹੈ ਉਹਨਾਂ ਨੂੰ ਨਿਰੋਗ, ਉਹਨਾਂ ਨੂੰ ਤੰਦਰੁਸਤ ਰੱਖ ਕੇ ਉਹਨਾਂ ਦੇ ਵੰਸ਼ਗਤ ਵਾਧੇ ਦੇ ਵਿੱਚ, ਉਹਨਾਂ ਦੀ ਦੁੱਧ ਦੀ ਪੈਦਾਵਾਰ ਦੇ ਵਿੱਚ ਵਾਧਾ ਕਰਨਾ। ਬਿਲਕੁਲ ਸਹੀ ਗੱਲ ਹੈ ਜੀ, ਕਿਉਂਕਿ ਜੇ ਨਦੀਨਾਂ ਦਾ ਅਸੀਂ ਸੁਚੱਜਾ ਪ੍ਰਬੰਧ ਨਹੀਂ ਕਰਾਂਗੇ ਤਾਂ ਸਾਡੀ ਖਾਦ ਦਾ ਜਿਹੜਾ ਬਹੁਤ ਹਿੱਸਾ ਇਹ ਨਦੀਨ ਲੈ ਜਾਂਦੇ ਅਤੇ ਸਾਡੀ ਫਸਲ ਕਮਜ਼ੋਰ ਰਹਿ ਜਾਂਦੀ ਹੈ ਜੀ। ਇਸ ਕਰਕੇ ਜਦੋਂ ਵੀ ਅਸੀਂ ਬਿਜਾਈ ਕਰਨੀ ਹੈ ਉਸ ਦੇ 10 ਦਿਨਾਂ ਦੇ ਅੰਦਰ ਜੀ ਐਟਰਾਜੀਨ ਇੱਕ ਦਵਾਈ ਆਉਂਦੀ ਹੈ ਜੀ, ਉਹ 500 ਗ੍ਰਾਮ ਜਿਹੜੀ ਹੈ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਦਿੱਤੀ ਜਾਵੇ ਤਾਂ ਇਹਦੇ ਵਿੱਚ ਨਦੀਨ ਜੰਮਦੇ ਹੀ ਨਹੀਂ। ਤਾਂ ਫਿਰ ਉਸ ਤੋਂ ਬਾਅਦ ਜੋ ਮੱਕੀ ਉੱਪਰ ਦੀ ਪੈ ਜਾਂਦੀ ਹੈ, ਫਿਰ ਥੱਲੇ ਥੋੜ੍ਹੇ ਬਹੁਤੇ ਨਦੀਨ ਹੋ ਜਾਂਦੇ ਆ, ਤਾਂ ਉਹਨਾਂ ਨੂੰ ਪ੍ਰੋਪਰ ਹਵਾ ਜਾਂ ਧੁੱਪ ਨਾ ਮਿਲਣ ਕਰਕੇ ਉਹ ਵਾਧਾ ਨਹੀਂ ਕਰਦੇ।
ਇਸ ਕਰਕੇ ਐਟਰਾਜੀਨ ਦਾ ਸਭ ਤੋਂ ਵਧੀਆ ਜਿਹੜਾ ਰਿਜ਼ਲਟ ਐਟਰਾਜੀਨ ਦਾ ਹੀ ਮੱਕੀ ਦੇ ਆਉਂਦਾ ਜੀ। ਤਾਂ ਡਾਕਟਰ ਰਜਿੰਦਰ ਸਿੰਘ ਸਿੱਧੂ ਸਾਹਿਬ ਬਤੌਰ ਖੇਤੀਬਾੜੀ ਵਿਕਾਸ ਅਫਸਰ ਵਜੋਂ ਚਾਰਾ ਅਤੇ ਖੁਰਾਕ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਤੁਸੀਂ ਬੜੇ ਲੰਬੇ ਅਰਸੇ ਤੋਂ ਸਾਡੇ ਇਸ ਖੇਤਰ ਦੇ ਵਿੱਚ ਨਿਭਾ ਰਹੇ ਹੋ, ਭਾਵੇਂ ਉਹ ਗਰਮ ਰੁੱਤ ਦੇ ਚਾਰੇ ਨੇ, ਭਾਵੇਂ ਸਰਦ ਰੁੱਤ ਦੇ ਚਾਰੇ ਨੇ, ਤਾਂ ਇਹਦੀ ਕਾਸ਼ਤਕਾਰੀ ਦੇ ਨਾਲ, ਇਹਦੀ ਦੇਖਭਾਲ ਸਾਂਭ ਸੰਭਾਲ ਦੇ ਨਾਲ ਤੁਹਾਡਾ ਬੜਾ ਨੇੜਿਓਂ ਦਾ ਵਾਹ ਰਹਿੰਦਾ ਹੈ ਸਾਡੇ ਕਿਸਾਨਾਂ ਕਰਕੇ। ਤਾਂ ਸਰਦਾਰ ਜਗਜੀਤ ਸਿੰਘ ਸਿੱਧੂ ਦੇ ਖੇਤਾਂ ਦੇ ਵਿੱਚ ਮੱਕੀ ਭਾਵੇਂ ਬਹੁਤ ਵਧੀਆ ਖੜੀ ਹੈ, ਪਰ ਕਿਤੇ ਕਿਤੇ ਇਹਦੇ ਪੱਤਿਆਂ ਦੇ ਉੱਤੇ ਮੈਂ ਥੋੜ੍ਹਾ ਜਿਹਾ ਪੀਲਾਪਣ ਜਿਹਾ ਦੇਖਦਾ, ਇਹਦਾ ਕੀ ਕਾਰਨ ਹੈ? ਫੰਗਸ ਦਾ ਅਟੈਕ ਹੈ ਜੀ, ਜਿਹਨੂੰ ਅਸੀਂ ਬਲਾਈਟ ਕਹਿ ਦਿੰਦੇ ਹਾਂ ਜੀ। ਇਹਨੂੰ ਥੋੜ੍ਹਾ ਕਿਤੇ ਬਲਾਈਟ ਦਾ ਅਸਰ ਹੈ ਜੀ। ਤੇ ਇਹ ਵੈਸੇ ਇਸੇ ਸਟੇਜ ਤੇ ਬਹੁਤ ਵਧੀਆ ਕੰਟਰੋਲ ਹੋ ਜਾਏਗੀ ਜੀ। 500 ਗ੍ਰਾਮ ਜਿਹੜੀ ਹੈ ਇੰਡੋਫਿਲੈਮ 45 ਦਾ ਸਪਰੇ ਜੀ। ਇੱਕ, ਜੇ ਦੁਬਾਰਾ ਵੀ ਫਿਰ ਕੋਈ ਥੋੜ੍ਹੀ ਬਹੁਤ ਦਿੱਕਤ ਆਉਂਦੀ ਹੈ ਤਾਂ 10 ਕੁ ਦਿਨਾਂ ਬਾਅਦ ਇੰਡੋਫਿਲ 45 ਦਾ ਇੱਕ ਸਪਰੇ ਹੋਰ ਕਰ ਦਿੱਤਾ ਜਾਵੇ ਤਾਂ ਬਿਲਕੁਲ ਸਾਰੀ ਠੀਕ ਹੋ ਜਾਏਗੀ ਜੀ। ਤਾਂ ਇੱਕ ਤਾਂ ਡਾਕਟਰ ਸਾਹਿਬ ਤੁਸੀਂ ਇਹ ਬਿਮਾਰੀ ਦੀ ਕੀਤੀ, ਹੋਰ ਇਸ ਤੋਂ ਇਲਾਵਾ ਇਸ ਮੱਕੀ ਨੂੰ ਪੱਕਣ ਤੱਕ ਕਿਹੜੀ ਕਿਸਮ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਣਾ ਹੈ, ਜਾਂ ਗਰਮ ਰੁੱਤ ਕਰਕੇ ਕਿਹੜੀ ਕਿਸਮ ਦੇ ਕੀੜੇ ਮਕੌੜਿਆਂ ਦਾ ਸਾਹਮਣਾ ਕਰਨਾ ਪੈਣਾ ਹੈ, ਤਾਂ ਫਿਰ ਉਹ ਕਿੰਨਾ ਕੁ ਨੁਕਸਾਨ ਕਰ ਸਕਦੇ ਆ, ਤੇ ਉਸ ਨੁਕਸਾਨ ਨੂੰ ਰੋਕਣ ਦੇ ਵਾਸਤੇ ਕਿਹੋ ਜਿਹੇ ਉਪਰਾਲਿਆਂ ਦੀ ਜ਼ਰੂਰਤ ਹੁੰਦੀ ਹੈ, ਕਿਹੜੇ ਜ਼ਹਿਰ ਨੇ, ਕਿੰਨੀ ਮਾਤਰਾ ਦੇ ਵਿੱਚ, ਕਦੋਂ ਤੇ ਕਿਵੇਂ ਉਹਨਾਂ ਦਾ ਛਿੜਕਾਅ ਕਰੀਦਾ? ਕੀ ਤੇ ਜਿਹੜੀ ਚਾਰੇ ਵਾਲੀ ਜਿਹੜੀ ਮੱਕੀ ਹੈ ਤੇ 3 ਕਿਸਮ ਦੇ ਕੀੜੇ ਆ ਜਿਹੜੇ ਜ਼ਿਆਦਾ ਅਟੈਕ ਕਰਦੇ ਆ ਜੀ। ਇੱਕ ਤੇ ਗੰਨੇ ਵਾਲਾ, ਇਹ 'ਚ ਘੋੜਾ ਜਿਹੜਾ ਆਉਂਦਾ ਉਹ ਆਉਂਦਾ ਜੀ, ਜਿਹੜੀ ਵਾਲਵਾਰ ਉਹ ਆ ਜਾਂਦੀ ਹੈ ਜੀ। ਤੇ ਤੀਸਰਾ ਇਹਦੇ ਵਿੱਚ ਹੁੰਦੇ ਗੋਹ ਵਾਲੀ ਸੁੰਡੀ, ਜਿਹਨੂੰ ਅਸੀਂ ਗੜੂਆਂ ਬੋਲ ਦਿੰਦੇ ਹਾਂ ਜੀ। ਇਹ 3 ਕਿਸਮ ਦੇ ਇਹਦੇ ਕੀੜੇ ਆਲਮੋਸਟ ਆਉਂਦੇ ਆ ਜੀ। ਜਿਹੜੀ ਤਾਂ ਹੈ ਆਰਮੀ ਵਾਲਵਾਰ ਜੀ, ਉਸ ਨੂੰ ਤਾਂ ਅਸੀਂ ਥੋੜਾ ਕਿ ਬਿਜਾਈ ਦਾ ਸਮਾਂ ਮਾਰਚ ਦੀ ਬਜਾਏ ਅਪ੍ਰੈਲ ਕਰ ਦਈਏ ਜੀ। 15 ਅਪ੍ਰੈਲ ਤੋਂ ਬਾਅਦ ਲੈ ਜਾਈਏ ਤੇ ਉਧਰ ਸਤੰਬਰ ਤੋਂ ਮਹੀਨਾ ਕੁ ਪਹਿਲਾਂ ਅਗਸਤ ਤੱਕ ਬਿਜਾਈ ਕਰ ਦਈਏ ਤਾਂ ਉਹਦਾ ਕੰਟਰੋਲ ਹੋ ਜਾਂਦਾ ਜੀ। ਤੇ ਦੂਸਰੇ ਦੋਆਂ ਜਿਹੜੀਆਂ ਸਾਡੀਆਂ ਕੀੜੇ ਹੈਗੇ ਆ ਇਹਨਾਂ ਵਾਸਤੇ ਕੋਰਾਜਨ ਦਵਾਈ ਹੈ ਜਿਹੜੀ ਉਹ 1 ਲੀਟਰ ਪਾਣੀ ਦੇ ਵਿੱਚ 0.4 ਤੋਂ ਅੱਧਾ ml ਤੱਕ ਜੀ ਪ੍ਰਤੀ ਲੀਟਰ ਪਾਣੀ ਦੇ ਵਿੱਚ ਘੋਲ ਕੇ ਫਸਲ ਦੀ ਕੰਡੀਸ਼ਨ ਮੁਤਾਬਕ ਉਸ ਤੇ ਜਿੰਨਾ ਪਾਣੀ ਲੱਗਦਾ ਹੈ ਉਸ ਦਾ ਸਪਰੇਅ ਕਰ ਦੇਣਾ। ਆਲਮੋਸਟ ਕੀ ਹੁੰਦਾ ਹੈ 20-25 ਦਿਨਾਂ ਦੀ ਜਿਹੜੀ ਫਸਲ ਹੁੰਦੀ ਹੈ ਉਹ ਤੇ 100-125 ਲੀਟਰ ਪਾਣੀ ਲੱਗਦਾ ਹੈ। ਜਦੋਂ 35-40 ਦਿਨਾਂ ਦੀ ਫਸਲ ਹੋ ਜਾਂਦੀ ਹੈ ਫਿਰ ਲਗਭਗ 200 ਲੀਟਰ ਪਾਣੀ ਲੱਗੂਗਾ ਤਾਂ 2 ਸਪਰੇਆਂ ਇਹ ਤੇ ਕਰ ਦਈਏ ਤੇ ਬਹੁਤ ਹੀ ਵਧੀਆ ਇਹਦਾ ਕੰਟਰੋਲ ਹੋ ਜਾਂਦਾ ਹੈ। ਇੱਕ ਜ਼ਰੂਰ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਦੋਂ ਵੀ ਤੁਸੀਂ ਇਸ ਤੇ ਕੋਈ ਆਪਣੇ ਜ਼ਹਿਰਾਂ ਦਾ ਛਿੜਕਾਅ ਕਰਤਾ ਤਾਂ ਉਸ ਤੋਂ 21 ਦਿਨ ਤੱਕ ਹਰਾ ਚਾਰਾ ਪਸ਼ੂਆਂ ਨੂੰ ਨਹੀਂ ਖਿਲਾਉਣਾ, ਕਿਉਂਕਿ ਉਸ ਜ਼ਹਿਰ ਦਾ ਜਿਹੜਾ ਅਸਰ 21 ਦਿਨ ਤੱਕ ਵਿਗਿਆਨੀਆਂ ਨੇ ਇਹ ਖੋਜਿਆ ਵੀ ਉਹਦਾ ਅਸਰ 21 ਦਿਨ ਤੱਕ ਰਹਿੰਦਾ ਹੈ। ਉਹਦਾ ਜਿਹੜਾ ਵਿਸ਼ੈਲਾ ਪ੍ਰਭਾਵ ਹੈ ਜਾਂ ਜਿਹੜਾ ਜ਼ਹਿਰੀਲਾ ਉਹਦਾ ਅਸਰ ਹੈ ਉਹ ਪਸ਼ੂਆਂ ਤੇ ਹੁੰਦਾ ਹੈ ਤੇ ਉਹ ਸਾਡੇ ਦੁੱਧ 'ਚ ਵੀ ਆਉਂਦਾ। ਇਸ ਕਰਕੇ 21 ਦਿਨ ਤੱਕ ਇਹ ਸਪਰੇਅ ਕੀਤਾ ਹੋਇਆ ਜਿਹੜਾ ਹਰਾ ਚਾਰਾ ਉਹ ਨਹੀਂ ਖਿਲਾਉਣਾ ਚਾਹੀਦਾ ਜੀ। ਤਾਂ ਡਾਕਟਰ ਸਾਹਿਬ ਜੇ 1006 ਤੇ ਜੇ 1007 ਤੁਸੀਂ ਦੱਸਿਆ ਕਿ 2 ਪ੍ਰਮਾਣਿਤ ਤੇ ਸਿਫਾਰਸ਼ਸ਼ੁਦਾ ਜਿਹੜੀਆਂ ਕਿਸਮਾਂ ਨੇ ਸਾਡੀ ਯੂਨੀਵਰਸਿਟੀ ਦੁਆਰਾ, ਤਾਂ ਇਹ ਜਿਹੜੀਆਂ ਦੋਵੇਂ ਕਿਸਮਾਂ ਨੇ ਇਹਨਾਂ ਦੀ ਜਿਹੜੀ ਮੱਕੀ ਹੈ ਲਗਭਗ ਕਿੰਨੇ ਦਿਨਾਂ ਬਾਅਦ ਪਸ਼ੂਆਂ ਨੂੰ ਚਾਰਨ ਦੇ ਵਾਸਤੇ ਤਿਆਰ ਹੋ ਜਾਂਦੀ ਹੈ, ਤੇ ਜੇ ਆਪਾਂ ਅਚਾਰ ਵਾਸਤੇ ਮੱਕੀ ਦੀ ਗੱਲ ਕਰੀਏ ਤਾਂ ਕਿੰਨੇ ਦਿਨਾਂ ਬਾਅਦ ਜਾਂ ਕਿੰਨੇ ਮਹੀਨਿਆਂ ਦੇ ਵਿੱਚ, ਕਿੰਨੇ ਹਫ਼ਤਿਆਂ ਦੇ ਵਿੱਚ ਇਹ ਤਿਆਰ ਜਿਹੜਾ ਤਿਆਰ ਹੋਣ ਦਾ ਜਿਹੜਾ ਸਮਾਂ ਹੈ ਲਗਭਗ 100 ਤੋਂ 110 ਦਿਨ ਤੱਕ ਜਿਹੜੀਆਂ ਸਾਡੀ ਇਹ ਵੈਰਾਈਟੀ ਤਿਆਰ ਹੁੰਦੀ ਹੈ। ਪਰ ਕੁਝ ਜਿਹੜੇ ਸਫਲ ਕਿਸਾਨ ਅਗਾਂਹ ਵਧੂ ਕਿਸਾਨ ਨੇ ਉਹ ਆਪਦੀ ਜ਼ਮੀਨ ਦਾ ਪ੍ਰਬੰਧ, ਪਾਣੀ ਦਾ ਪ੍ਰਬੰਧ, ਚੰਗੇ ਨਦੀਨਾਂ ਦੀ ਰੋਕਥਾਮ ਕਰਕੇ ਇਸ ਨੂੰ 10 ਦਿਨ ਤੱਕ ਐਡਵਾਂਸ ਪਹਿਲਾਂ ਵੀ ਤਿਆਰ ਕਰ ਲੈਂਦੇ ਨੇ। ਤੇ ਜਿਹੜੀ ਅਚਾਰ ਵਾਲੀ ਮੱਕੀ ਹੈ ਉਹ ਜਿਹੜੀਆਂ ਹੁਣ ਸਾਡੀ ਯੂਨੀਵਰਸਿਟੀ ਦੀਆਂ ਜਿਹੜੀਆਂ ਕਿਸਮਾਂ ਉਹ ਤੇ 100 ਦਿਨ ਤੋਂ ਉੱਪਰ ਹੀ ਲੱਗਣੀਆਂ ਲੈਣਗੀਆਂ। ਪਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਅੱਜ ਕੱਲ੍ਹ ਕੋਈ ਨਵੀਆਂ ਵੈਰਾਈਟੀਆਂ ਲਾਂਚ ਕੀਤੀਆਂ ਜਿਹੜੀਆਂ ਹਜੇ ਯੂਨੀਵਰਸਿਟੀ ਵੱਲੋਂ ਕੋਈ ਉਹਨਾਂ ਦਾ ਟੈਸਟਿੰਗ ਚੱਲ ਰਹੀ ਹੋਣੀ ਹੈ, ਜਿਸ ਤੱਕ ਸਾਡਾ ਖਿਆਲ ਹੈ ਹਜੇ ਉਹਨਾਂ ਵੱਲੋਂ ਸਿਫਾਰਿਸ਼ ਨਹੀਂ ਹੈ, ਉਹ 70-75 ਦਿਨਾਂ ਤੱਕ ਵੀ ਉਹ ਆਉਣ 'ਚ ਤਿਆਰ ਹੋ ਰਹੀਆਂ। ਜੇ 1006 ਤੇ ਜੇ 1007 2 ਜਿਹੜੀਆਂ ਪ੍ਰਮਾਣਿਤ ਕਿਸਮਾਂ ਦਾ ਬੀਜ ਸਾਡੇ ਕਿਸਾਨ ਭਰਾਵਾਂ ਨੇ ਲਿਆ, ਸੁਚੱਜੇ ਢੰਗ ਦੇ ਨਾਲ ਖੇਤ ਦੀ ਤਿਆਰੀ ਕੀਤੀ, ਵਧੀਆ ਢੰਗ ਦੇ ਨਾਲ ਬਿਜਾਈ ਕੀਤੀ, ਚੰਗਾ ਖਾਦ ਪ੍ਰਬੰਧ, ਚੰਗਾ ਸਿੰਚਾਈ ਪ੍ਰਬੰਧ, ਸਮੇਂ-ਸਮੇਂ ਫਸਲ ਦਾ ਉਹਨਾਂ ਨੇ ਸਰਵੇਖਣ ਕੀਤਾ, ਕੀੜੇ ਮਕੌੜੇ ਤੇ ਬਿਮਾਰੀਆਂ ਦੇ ਉੱਤੇ ਵੀ ਰੋਕਥਾਮ ਪਾ ਕੇ ਰੱਖੀ, ਨਦੀਨ ਪ੍ਰਬੰਧ ਵੀ ਉਹਨਾਂ ਦਾ ਵਧੀਆ, ਮੌਸਮ ਨੇ, ਕੁਦਰਤ ਨੇ ਵੀ ਉਹਨਾਂ ਦਾ ਸਾਥ ਦਿੱਤਾ, ਤਾਂ ਮੱਕੀ ਜਿਹੜੀ ਹੈ ਤਿਆਰ ਹੋ ਗਈ ਹੈ ਸਾਡੇ ਜਾਨਵਰਾਂ ਦੇ ਚਾਰਨ ਦੇ ਵਾਸਤੇ ਜਾਂ ਅਚਾਰ ਪਾਉਣ ਦੇ ਵਾਸਤੇ। ਤਾਂ ਫਿਰ ਉਦੋਂ ਕਟਾਈ ਜਿਹੜੀ ਬੜੀ ਮਹੱਤਤਾ ਰੱਖਦੀ ਹੈ, ਤਾਂ ਕਟਾਈ ਦੇ ਵੇਲੇ ਮੱਕੀ ਨੂੰ ਕੱਟਣ ਦੇ ਵੇਲੇ ਪ੍ਰਮੁੱਖ ਤੌਰ 'ਤੇ ਜਿਹੜੇ ਸਾਡੇ ਕਿਸਾਨ ਭਰਾ ਹੈ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਇੱਕ ਤੇ ਸਾਰਿਆਂ ਤੋਂ ਜੀ ਵੱਡੀ ਗੱਲ ਮਹੱਤਵਪੂਰਨ ਹੈ ਸਾਰੇ ਹਰੇ ਚਾਰਿਆਂ 'ਚ ਹਰੇ ਚਾਰਿਆਂ ਦੇ ਵਿੱਚ ਜਿਹੜੇ ਖੁਰਾਕੀ ਤੱਤ ਹੈ ਕਿਸੇ ਖਾਸ ਸਟੇਜ 'ਤੇ ਹੀ ਸਭ ਤੋਂ ਵੱਧ ਹੁੰਦੇ ਆ
ਆਮ ਪੰਜਾਬੀ ਭਾਸ਼ਾ ਜਦੋਂ ਫੁੱਲਾਂ 'ਤੇ ਆਵੇ ਜਾਂ ਫਲਾਕੇ 'ਤੇ ਹੁੰਦੀ ਹੈ ਚੀਜ਼, ਉਦੋਂ ਸਭ ਤੋਂ ਜ਼ਿਆਦਾ 'ਚ ਖੁਰਾਕੀ ਤੱਤ ਹੁੰਦੇ ਆ ਜੀ ਉਹੀ ਪੋਜੀਸ਼ਨ ਇਹਦੇ ਵਿੱਚ ਮੱਕੀ ਦੇ ਵਿੱਚ ਹੈ। ਜੀ ਮੱਕੀ 'ਚ ਸਭ ਤੋਂ ਜ਼ਿਆਦਾ ਖੁਰਾਕੀ ਤੱਤ ਹੁੰਦੇ ਆ ਜੀ ਜਦੋਂ ਮੱਕੀ ਦਾ ਜਿਹੜਾ ਦਾਣਾ ਹੈ ਛੱਲੀ ਦੇ ਵਿੱਚ ਦਾਣਾ ਬਣ ਜੇ ਜੀ ਔਰ ਉਹ ਦੁੱਧ ਦੀ ਸਟੇਜ 'ਤੇ ਹੋਵੇ, ਜੀ ਨਾ ਉਹ ਕੱਚਾ ਹੋਵੇ, ਜਦ ਇਹ ਵੀ ਨਾ ਹੋਵੇ ਦਾਣੇ ਨਾ ਪਏ ਹੋਣ, ਜੀ ਇਹ ਵੀ ਨਾ ਹੋਵੇ ਦਾਣਾ ਜਮਾਂ ਪੱਕ ਜੇ। ਜੀ ਇਸ ਕਰਕੇ ਦੁੱਧ ਵਾਲੀ ਜਿਹੜੀ ਸਟੇਜ ਹੈ ਉਹ ਸਟੇਜ 'ਤੇ ਜੇ ਮੱਕੀ ਨੂੰ ਅਸੀਂ ਚਾਰਾਂਗੇ ਤਾਂ ਸਭ ਤੋਂ ਜ਼ਿਆਦਾ ਖੁਰਾਕੀ ਤੱਤ ਹੁੰਦੇ ਆ। ਜੀ ਤਾਂ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਉਸੇ ਹੀ ਸਟੇਜ 'ਤੇ ਮੱਕੀ ਦੀ ਜਿਹੜੀ ਕਟਾਈ ਕਰਨੀ ਚਾਹੀਦੀ ਹੈ। ਜੀ ਤਾਂ ਡਾਕਟਰ ਸਾਹਿਬ ਜੇ 1006 ਤੇ ਜੇ 1007 ਜਿਹੜੀਆਂ ਦੋ ਮੱਕੀ ਦੀਆਂ ਇਹ ਕਿਸਮਾਂ ਨੇ, ਇਸ ਤੋਂ ਇਲਾਵਾ ਸਾਡੇ ਜਿਹੜੇ ਕਿਸਾਨ ਭਰਾ ਹੈ ਉਹ ਆਪਣੀ ਇੱਛਾ ਦੇ ਮੁਤਾਬਕ ਜਾਂ ਜਿੱਥੇ ਉਹਨਾਂ ਦਾ ਮਨ ਖੜਦਾ ਹੈ ਤਾਂ ਕਈ ਜਿਹੜੀਆਂ ਉਹ ਨਿੱਜੀ ਕੰਪਨੀਆਂ ਦੇ ਬੀਜਾਂ ਦੀ ਵੀ ਬਿਜਾਈ ਕਰ ਰਹੇ ਨੇ। ਤੇ ਜੇ ਆਪਾਂ ਇਹ ਜਿਹੜੀਆਂ ਪ੍ਰਮਾਣਿਤ ਜਾਂ ਸਿਫਾਰਿਸ਼ਸ਼ੁਦਾ ਕਿਸਮਾਂ ਨੇ ਇਹਨਾਂ ਦੇ ਆਪਾਂ ਝਾੜ ਦੀ ਗੱਲ ਕਰਨੀ ਹੋਵੇ ਤਾਂ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਔਸਤਨ ਕਿੰਨਾ ਕੁ ਝਾੜ ਹੋ ਜਾਂਦਾ? ਔਸਤਨ ਝਾੜ ਜਿਹੜਾ ਯੂਨੀਵਰਸਿਟੀ ਵੱਲੋਂ 160 ਤੋਂ 170 75 ਕੁਇੰਟਲ ਜਿਹੜਾ ਔਸਤ ਝਾੜ ਦੋਨੇ ਕਿਸਮਾਂ ਦਾ ਜੇ 1006 ਔਰ ਜੇ 1007 ਦਾ ਆਉਂਦਾ ਹੈ। ਜੀ ਪਰ ਕੁਝ ਸਫਲ ਕਿਸਾਨ ਹੈ ਜਿਹੜੇ 200 ਸਵਾ 200 ਕੁਇੰਟਲ ਤੱਕ ਵੀ ਸਾਡੇ ਮੋੜ ਏਰੀਆ 'ਚ ਕੁਝ ਇਹੋ ਜਿਹੇ ਹੈਗੇ ਕਿਸਾਨ ਜੀ ਜਿਹੜੇ ਸਵਾ 200 ਪਲੱਸ ਵੀ ਝਾੜ ਇਹਦਾ ਇਹ ਮੱਕੀਆਂ ਦਾ ਲੈ ਲੈਂਦੇ। ਜੀ ਤਾਂ ਡਾਕਟਰ ਸਾਹਿਬ ਤੁਹਾਡਾ ਜਿਹੜਾ ਵਿਭਾਗ ਦੇ ਵੱਲੋਂ ਵਿਸ਼ਾ ਹੈ ਬਤੌਰ ਖੇਤੀਬਾੜੀ ਆਫੀਸਰ, ਤੁਹਾਡਾ ਖੇਤਰ ਹੈ ਉਹ ਹੈ ਪਸ਼ੂਆਂ ਦਾ ਚਾਰਾ ਅਤੇ ਉਹਨਾਂ ਦਾ ਖੁਰਾਕ ਪ੍ਰਬੰਧ, ਹੈ ਨਾ? ਕਿਉਂਕਿ ਪਸ਼ੂ ਧਨ ਦਾ ਸਾਡੇ ਕਿਸਾਨਾਂ ਦੀ ਆਰਥਿਕਤਾ ਦੇ ਵਿੱਚ, ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਪਸ਼ੂਆਂ ਦੇ ਖੁਰਾਕ ਪ੍ਰਬੰਧ ਦੇ ਵਿੱਚ, ਪਸ਼ੂਆਂ ਦੇ ਵਾਧੇ ਦੇ ਵਿੱਚ, ਉਹਨਾਂ ਦੇ ਵਿਕਾਸ ਦੇ ਵਿੱਚ, ਦੁੱਧ ਦੀ ਪੈਦਾਵਾਰ ਦੇ ਵਿੱਚ, ਪਸ਼ੂਆਂ ਦੀ ਨਸਲ ਸੁਧਾਰ ਦੇ ਵਿੱਚ, ਭਾਵੇਂ ਕਿ ਸਾਰੇ ਚਾਰਿਆਂ ਦਾ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਤਾਂ ਉਹਨਾਂ ਚਾਰਿਆਂ ਦੇ ਵਿੱਚੋਂ ਜਿਹੜਾ ਇਹ ਮੱਕੀ ਦਾ ਅਚਾਰ ਹੈ ਜਾਂ ਫਿਰ ਕਹਿ ਲਓ ਕਿ ਜਿਹੜਾ ਮੱਕੀ ਦਾ ਚਾਰਾ ਹੈ ਹਰੇ ਰੂਪ ਦੇ ਵਿੱਚ, ਇਹਦੀ ਕੀ ਭੂਮਿਕਾ ਹੁੰਦੀ ਹੈ? ਇਹਦਾ ਸਾਰੇ ਚਾਰਿਆਂ ਦੇ ਵਿੱਚੋਂ ਹੀ ਜੇ ਸੋਹਣੀ ਦੇ ਚਾਰਿਆਂ ਦੀ ਗੱਲ ਕਰੀਏ ਜੀ ਤਾਂ ਇਹਨੂੰ ਕਈ ਕਿੰਗ ਆਫ ਦੀ ਫਾਡਰ ਹੈ ਜਿਹੜਾ ਜੀ ਚਾਰਿਆਂ ਦਾ ਰਾਜਾ ਹੁੰਦਾ ਜਿਹੜਾ, ਇਹ ਸਾਰਾ ਮੱਕੀ ਹੁੰਦੀ ਹੈ ਜੀ ਕਿਉਂਕਿ ਬਹੁਤ ਹੀ ਸਵਾਦਲੀ ਹੁੰਦੀ ਹੈ, ਜੀ ਪੂਰੇ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੀ ਹੈ। ਦੂਸਰੀਆਂ ਫਸਲਾਂ ਨਾਲੋਂ, ਬਾਜਰੇ ਜਵਾਰ ਨਾਲੋਂ ਇਹ 'ਚ ਪ੍ਰੋਟੀਨ ਕੰਟੈਂਟ ਜ਼ਿਆਦਾ ਹੁੰਦਾ ਹੈ, ਜੀ ਮਿਠਾਸ ਜ਼ਿਆਦਾ ਹੁੰਦਾ ਹੈ। ਜੀ। ਇਸ ਕਰਕੇ ਇਹਦੀ ਜਿਹੜੀ ਅਚਾਰ ਦੀ ਕੁਆਲਿਟੀ ਵੀ ਦੂਜੀਆਂ ਫਸਲਾਂ ਨਾਲੋਂ ਬਿਹਤਰ ਬਣਦੀ ਹੈ। ਸਭ ਤੋਂ ਵਧੀਆ ਅਚਾਰ ਹੈ ਜਿਹੜਾ ਉਹ ਮੱਕੀ ਦਾ ਹੀ ਬਣਦਾ ਹੈ। ਉਹ ਚਾਹੇ ਆਪਣੇ ਪੰਜਾਬ ਦੇ ਵਿੱਚ ਦੇਖ ਲਈਏ ਤੇ ਚਾਹੇ ਤੁਸੀਂ ਥਰੂ ਆਊਟ ਵਰਲਡ ਨੈਸ਼ਨਲ ਲੈਵਲ, ਇੰਟਰਨੈਸ਼ਨਲ ਲੈਵਲ 'ਤੇ ਦੇਖ ਲਓ, ਤਾਂ ਸਭ ਤੋਂ ਵਧੀਆ ਅਚਾਰ ਹੈ ਜਿਹੜਾ ਉਹ ਮੱਕੀ ਦਾ ਹੀ ਬਣਦਾ ਹੈ। ਇਸ ਕਰਕੇ ਮੱਕੀ ਦੇ ਅਚਾਰ ਦੀ ਪਸ਼ੂਆਂ ਦੇ ਖਾਦ ਖੁਰਾਕ ਦੇ ਵਿੱਚ ਹੋਣਾ ਬਹੁਤ ਲਾਜ਼ਮੀ ਹੈ। ਜੀ ਅਚਾਰ ਦਾ ਹੋਣਾ ਇਹ ਵੀ ਇਸ ਕਰਕੇ ਵੀ ਲਾਜ਼ਮੀ ਹੈ ਕਿਉਂਕਿ ਪਸ਼ੂਆਂ ਨੂੰ ਜਿਹੜਾ ਲਗਭਗ 1/3 ਜਿਹੜਾ ਪਚਿਆ ਪਚਾਇਆ ਭੋਜਨ ਆ ਉਹ ਮਿਲ ਜਾਂਦਾ। ਇਸ ਕਰਕੇ ਪਸ਼ੂਆਂ ਦੀ એનર્ਜੀ ਵੀ ਬਚਦੀ ਹੈ ਔਰ ਇਹ ਸਵਾਦ ਵੀ ਹੁੰਦਾ, ਜਲਦੀ ਹਜ਼ਮ ਵਾਲਾ ਹੁੰਦਾ ਤੇ ਪਸ਼ੂਆਂ ਦੀ ਜਿਹੜੀ એનર્ਜੀ ਬਚਦੀ ਹੈ ਉਸ ਨਾਲ ਮਿਲਕ ਪ੍ਰੋਡਕਸ਼ਨ ਵੀ ਵੱਧਦਾ ਹੈ। ਜੀ ਇੰਡੀਅਨ ਸਫਲ ਕਿਸਾਨ YouTube ਚੈਨਲ ਦੇਖਣ ਵਾਲੇ ਪਿਆਰੇ ਅਤੇ ਸਤਿਕਾਰਯੋਗ ਦਰਸ਼ਕੋ, ਅੱਜ ਦੇ ਇਸ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਡਾਕਟਰ ਰਜਿੰਦਰ ਸਿੰਘ ਸਿੱਧੂ ਦੇ ਨਾਲ। ਤੇ ਸਿੱਧੂ ਸਾਹਿਬ ਬਤੌਰ ਖੇਤੀਬਾੜੀ ਵਿਕਾਸ ਅਫਸਰ ਖੁਰਾਕ ਅਤੇ ਚਾਰਾ ਦੇ ਵਜੋਂ ਆਪਣੀਆਂ ਜਿਹੜੀਆਂ ਮਹੱਤਵਪੂਰਨ ਕੀਮਤੀ ਸੇਵਾਵਾਂ ਪਸ਼ੂ ਪਾਲਣ ਵਿਭਾਗ ਪੰਜਾਬ ਦੀ ਤਰਫੋਂ ਇਸ ਵਕਤ ਨਿਭਾ ਰਹੇ ਨੇ ਜੀ ਜ਼ਿਲ੍ਹਾ ਮਾਨਸਾ ਵਿਖੇ, ਤੇ ਨਾਲੋਂ ਨਾਲ ਵਾਧੂ ਚਾਰਜ ਇਹਨਾਂ ਨੂੰ ਮਿਲਿਆ ਹੋਇਆ ਬਠਿੰਡਾ ਦਾ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਗੱਲਬਾਤ ਦਾ ਵਿਸ਼ਾ ਹੈ ਉਹ ਹੈ ਜੀ ਮੱਕੀ ਦੀ ਸੁਚੱਜੀ ਕਾਸ਼ਤਕਾਰੀ। ਤਾਂ ਡਾਕਟਰ ਸਾਹਿਬ ਮੱਕੀ ਤੇ ਆਪਾਂ ਵੱਖ-ਵੱਖ ਨੁਕਤਿਆਂ ਤੋਂ ਗੱਲਾਂ ਕਰ ਚੁੱਕੇ ਹਾਂ, ਭਾਵੇਂ ਖੇਤ ਦੀ ਤਿਆਰੀ ਹੈ, ਭਾਵੇਂ ਬੀਜ ਦੀ ਚੋਣ ਹੈ, ਚਾਹੇ ਬਿਜਾਈ ਦੇ ਢੰਗ ਤਰੀਕੇ ਨੇ, ਖਾਦ ਪ੍ਰਬੰਧ, ਸਿੰਚਾਈ ਪ੍ਰਬੰਧ, ਫਿਰ ਇਸ ਤੋਂ ਇਲਾਵਾ ਕੀੜੇ ਮਕੌੜਿਆਂ ਦੀ ਰੋਕਥਾਮ, ਨਦੀਨਾਂ ਦੀ ਰੋਕਥਾਮ, ਫਸਲ ਦੀ ਕਟਾਈ, ਇਹਨਾਂ ਗੱਲਾਂ 'ਤੇ ਬੜੇ ਵਿਸਥਾਰ ਦੇ ਵਿੱਚ ਤੁਸੀਂ ਗੱਲਬਾਤ ਕਰ ਚੁੱਕੇ ਹੋ। ਤੁਸੀਂ ਗੱਲ ਕਰ ਰਹੇ ਸਾਂ ਕਿ ਜਿਹੜੀ ਮੱਕੀ ਹੈ ਇਸ ਦਾ ਪਸ਼ੂਆਂ ਦੇ ਵਾਧੇ ਤੇ ਵਿਕਾਸ ਦੇ ਵਿੱਚ ਕੀ ਯੋਗਦਾਨ ਹੈ। ਤੁਸੀਂ ਅਚਾਰ ਦੀ ਗੱਲ ਕੀਤੀ ਕਿ ਇਹ ਪਚਿਆ ਪਚਾਇਆ ਭੋਜਨ ਪਸ਼ੂਆਂ ਨੂੰ ਮਿਲ ਜਾਂਦਾ ਹੈ, ਪਸ਼ੂਆਂ ਦੇ ਵਾਸਤੇ ਇੱਕ ਕਿਸਮ ਦੀ ਵਧੀਆ, ਇੱਕ ਸੰਤੁਲਿਤ ਤੇ ਇੱਕ ਪੌਸ਼ਟਿਕ ਖੁਰਾਕ ਹੈ। ਤਾਂ ਡਾਕਟਰ ਸਾਹਿਬ ਵੱਡੇ ਪੱਧਰ 'ਤੇ ਸਾਡੇ ਕਿਸਾਨ ਭਰਾਵਾਂ ਨੇ ਇਸ ਵਾਰੀ ਇਸ ਮੌਸਮ ਦੇ ਵਿੱਚ, ਗਰਮ ਮੌਸਮ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੀ ਮੱਕੀ ਦੀ ਬਿਜਾਈ ਕੀਤੀ ਹੈ। ਬਹੁਤਿਆਂ ਨੇ ਮੱਕੀ ਦੀ ਜਿਹੜੀ ਬਿਜਾਈ ਹੈਗੀ ਹੈ ਉਹ ਅਚਾਰ ਤਿਆਰ ਕਰਨ ਵਾਸਤੇ ਕੀਤੀ ਹੈ। ਉਹ ਗੱਲ ਵੱਖਰੀ ਕਿ ਕੁਛ ਜਿਹੜੇ ਕਟਾਈ ਕਰਕੇ ਮੰਡੀ ਦਾ ਹਿੱਸਾ ਵੀ ਬਣਾਉਣਗੇ, ਕੁਛ ਉਸ ਨੂੰ ਆਪਣੇ ਜਾਨਵਰਾਂ ਦੇ ਵਿੱਚ ਚਾਰੇ ਦੇ ਲਈ ਵੀ ਵਰਤਣਗੇ। ਤਾਂ ਆਪਣੀਆਂ ਗੱਲਾਂ ਬਾਤਾਂ ਉਹਨਾਂ ਕਿਸਾਨਾਂ ਨੇ ਵੀ ਸੁਣਨੀਆਂ ਨੇ, ਦੇਖਣੀਆਂ ਨੇ ਜਿਨ੍ਹਾਂ ਨੇ ਇਸ ਵਾਰੀ ਮੱਕੀ ਦੀ ਕਟਾਈ ਕਰਕੇ ਅਚਾਰ ਤਿਆਰ ਕਰਨਾ ਆਪਣੇ ਜਾਨਵਰਾਂ ਦੇ ਵਾਸਤੇ। ਤਾਂ ਫਿਰ ਮੱਕੀ ਦੀ ਕਟਾਈ ਵੇਲੇ ਜੇ ਆਪਾਂ ਗੱਲ ਕਰੀਏ
ਤਾਂ ਅਚਾਰ ਵਾਸਤੇ ਜਿਹੜੀ ਮੱਕੀ ਕੱਟਣੀ ਆ ਉਦੋਂ ਫਿਰ ਕਿਹੜੀ ਗੱਲ ਦਾ ਧਿਆਨ ਰੱਖਣ। ਤੇ ਦੂਜੀ ਮਹੱਤਵਪੂਰਨ ਗੱਲ ਕਿ ਅਚਾਰ ਵਾਸਤੇ ਜਿਹੜਾ ਟੋਆ ਜਾਂ ਪਿੱਟ ਤਿਆਰ ਕੀਤੀ ਜਾਂਦੀ ਹੈ ਉਹ ਕਿਵੇਂ ਤਿਆਰ ਕੀਤੀ ਜਾਂਦੀ ਹੈ, ਕਿਵੇਂ ਉਹਦੀ ਲਤੜਾਈ ਕੀਤੀ ਜਾਂਦੀ ਹੈ, ਕਿਵੇਂ ਉਸ ਨੂੰ ਮੌਸਮੀ ਮਾਰਾਂ ਤੋਂ ਬਚਾਇਆ ਜਾਂਦਾ ਹੈ, ਤੇ ਜਿਹੜਾ ਅਚਾਰ ਹੈ ਉਹ ਕੁੱਲ ਮਿਲਾ ਕੇ ਕਿੰਨੇ ਸਮੇਂ ਬਾਅਦ ਤਿਆਰ ਹੋ ਜਾਂਦਾ ਤੇ ਕਿੰਨਾ ਕੁ ਚਿਰ ਵਰਤਿਆ ਜਾ ਸਕਦਾ ਹੈ। ਇਹਦੇ ਬਾਰੇ ਮੈਂ ਸਮਝਦਾ ਕਿ ਸਾਡੇ ਜਿਹੜੇ ਦਰਸ਼ਕ ਹੈ ਉਹ ਤੁਹਾਡੀ ਜ਼ੁਬਾਨੋਂ ਜਾਣਨ ਦੇ ਵਾਸਤੇ ਬੜੇ ਉਤਸੁਕ ਤੇ ਕਾਹਲੇ ਹੋਣਗੇ। ਸਭ ਤੋਂ ਵਧੀਆ ਗੱਲ ਜਿਹੜੀ ਹੈ ਤੁਸੀਂ ਪੁੱਛੀ ਹੈ ਵੀ ਇਹਦੀ ਕਦੋਂ ਕਟਾਈ ਕੀਤੀ ਜਾਵੇ, ਕਿਉਂਕਿ ਅਚਾਰ ਬਣਾਉਣ ਵਾਸਤੇ ਸਾਨੂੰ ਉਹ ਸਟੇਜ ਚਾਹੀਦੀ ਹੈ ਜਦੋਂ ਸਾਡੇ ਕੋਲੇ ਸਭ ਤੋਂ ਵੱਧ ਖੁਰਾਕੀ ਤੱਤ ਇਸ ਦੇ ਵਿੱਚ ਮੌਜੂਦ ਹੋਣ ਜੀ। ਇਸ ਕਰਕੇ ਉਹ ਮੱਕੀ ਦੀ ਜਿਹੜੀ ਛੱਲੀਆਂ ਵਾਲੀ ਸਟੇਜ ਹੈ, ਦੁੱਧ ਵਾਲੀ ਸਟੇਜ ਹੈ, ਉਹ ਸਟੇਜ ਤੇ ਸਭ ਤੋਂ ਕੱਟ ਕੇ ਇਸ ਨੂੰ ਜੀ ਅੱਜ ਕੱਲ੍ਹ ਮਸ਼ੀਨਰੀ ਇਸ ਤਰ੍ਹਾਂ ਦੀ ਆ ਗਈ ਹੈ, ਬਿਲਕੁਲ ਬਾਹਣ ਦੇ ਵਿੱਚੋਂ ਇਹਨੂੰ ਵੱਢ ਕੇ ਕੁਤਰ ਕੇ ਟਰਾਲੀ 'ਚ ਲੋਡ ਹੋ ਜਾਣਾ ਤੇ ਇਹਨੂੰ ਪਿੱਟ ਦੇ ਵਿੱਚ ਫੁੱਟ ਦੀ ਤਹਿ ਲਾ ਕੇ ਜੀ ਟਰੈਕਟਰ ਨਾਲ ਪੂਰੀ ਜਿੰਨੀ ਜ਼ਿਆਦਾ ਪ੍ਰੈਸਿੰਗ ਕਰ ਲਓਗੇ, ਪ੍ਰੈਸਿੰਗ ਕਰ ਕਰਕੇ ਫੁੱਟ ਦੀ ਤਹਿ ਲਾ ਕੇ ਲਗਭਗ 5 ਕੁ ਤਹਿਾਂ ਉਹਦੀਆਂ ਲਾ ਲਓ, 5 ਫੁੱਟ ਦੀ ਉਚਾਈ ਤੱਕ ਇਹਨੂੰ ਲਤੜ ਕੇ ਇਹਨੂੰ 에ਅਰ ਟਾਈਟ ਕਰ ਦੇਣਾ ਜੀ। ਧਿਆਨ ਕੀ ਰੱਖਣਾ ਹੈ, ਪਿੱਟ ਤੁਸੀਂ ਪੁੱਛਿਆ ਦੋ ਤਰ੍ਹਾਂ ਦੇ ਪਿੱਟ, ਕੁਛ ਕੱਚੇ ਪਿੱਟ ਵੀ ਹੈ ਜਿਵੇਂ ਇਸ ਡੇਅਰੀ ਫਾਰਮ ਤੇ 1-2 ਕੱਚੇ ਪਿੱਟ ਵੀ ਹੈ, ਬਾਕੀ ਪੱਕੇ ਵੀ ਹੈਗੇ ਆ ਜੀ। ਪਿੱਟ ਤੁਸੀਂ ਕੱਚਾ ਵੀ ਬਣਾ ਸਕਦੇ ਹੋ ਤੇ ਪੱਕਾ ਵੀ ਬਣਾ ਸਕਦੇ ਹੋ ਜੀ। ਪੱਕੇ ਪਿੱਟ ਦੇ ਵਿੱਚ ਜਿਸ ਤਰ੍ਹਾਂ ਆਪਾਂ ਤੂੜੀ ਵਾਲੀ ਖੁੱਡੀ ਬਣਾਉਂਦੇ ਹਾਂ, 3 ਪਾਸੇ ਅਸੀਂ ਉਹਦੇ ਕੰਧਾਂ ਕੱਢ ਲੈਂਦੇ ਜੀ, ਉਹਨੂੰ 3 ਫੁੱਟ ਦੇ ਕਰੀਬ ਅਸੀਂ ਉੱਚਾ ਰੱਖ ਲੈਣਾ, ਬਿਲਕੁਲ 3 ਫੁੱਟ ਕੰਧ ਕੱਢ ਲਓ, 2 ਫੁੱਟ ਅਸੀਂ ਕੰਧ ਤੋਂ ਉੱਚਾ ਊਂ ਲੈ ਜਾਵਾਂਗੇ ਜੀ। ਉਹਦੇ ਪੱਕੇ ਦੇ 'ਚ ਕੋਈ ਲੋੜ ਨਹੀਂ ਪੈਂਦੀ। ਜਿਹੜਾ ਕੱਚਾ ਹੁੰਦਾ ਉਹਦੇ 3 ਪਾਸੇ ਅਸੀਂ ਪੋਲੀਥੀਨ ਲਾ ਲੈਣਾ ਜੀ, ਤੇ ਥੱਲੇ ਦੋਨੇ ਪਿੱਟਾਂ ਦੇ ਚਾਹੇ ਕੱਚਾ ਚਾਹੇ ਪੱਕਾ ਥੋੜ੍ਹੀ ਬਹੁਤੀ ਅਸੀਂ ਪਰਾਲੀ ਜਾਂ ਤੂੜੀ ਅਸੀਂ ਥੱਲੇ ਪਾ ਲੈਣੀ ਹੈ। ਉਦੋਂ ਬਾਅਦ ਹਰੇ ਚਾਰੇ ਦੀ 1 ਫੁੱਟ ਕੁਤਰੇ ਹੋਏ ਦੀ ਉਹ 'ਚ ਤਹਿ ਲਾਈ, ਟਰੈਕਟਰ ਦਾ ਪੌਣਾ ਘੰਟਾ ਨਾਲ ਲਤੜਾਈ ਕਰੀ, ਚੰਗੀ ਤਰ੍ਹਾਂ ਖੁੰਝਾਂ 'ਚ ਵੀ ਕਿਤੇ ਕੋਨਿਆਂ 'ਚ ਹਵਾ ਨਾ ਰਹਿ ਜੇ ਜੀ, ਹਵਾ ਨਹੀਂ ਰਹਿਣ ਦੇਣੀ ਚਾਹੀਦੀ। ਇਸ ਤਰ੍ਹਾਂ ਕਰਕੇ 4-5 ਫੁੱਟ ਤੱਕ ਅਸੀਂ ਲਿਜਾ ਕੇ ਉੱਤੇ ਪਹਿਲਾਂ ਪੋਲੀਥੀਨ ਪਾ ਦੇਣਾ ਜੀ, ਹਵਾ ਨਿਕਲ ਜੇਗੀ, ਫਿਰ ਉਹਦੇ ਉੱਤੇ ਇੱਕ ਪੋਲੀਥੀਨ ਹੋਰ ਪਾ ਦਿਓ, ਫਿਰ ਤਰਪਾਲ ਪਾ ਦਿਓ, ਫਿਰ ਉੱਤੇ ਟਾਇਰ ਵਗੈਰਾ ਸਿੱਟ ਦਿਓ, ਚਾਹੇ ਉੱਤੇ 4-4 6-6 ਇੰਚ ਮਿੱਟੀ ਪਾ ਦਿਓ ਜੀ। ਮਿੱਟੀ ਇੱਕ ਸਿਰੇ ਪਾਉਂਦੇ ਆਉਣਾ ਤੇ ਅੱਗੇ ਨੂੰ ਤੁਰਦੇ ਆਉਣਾ ਤਾਂ ਕਿ ਉਹਦੀ ਹਵਾ ਸਾਰੀ ਨਿਕਲ ਜੇ। ਇਸ ਤਰ੍ਹਾਂ 에ਅਰ ਟਾਈਟ ਕਰਕੇ ਇਸ ਨੂੰ 45 ਦਿਨ ਤੱਕ ਨਹੀਂ ਖੋਲ੍ਹਣਾ। 45 ਦਿਨਾਂ ਦੇ ਵਿੱਚ ਇਹਦੇ 'ਚ ਜੋ ਟੁੱਟ ਭੱਜ ਹੋਣੀ ਹੈ ਜੀ, ਮੱਕੀ ਦੇ ਜਿਹੜਾ ਕਾਰਬੋਹਾਈਡਰੇਟ ਜਿਹੜਾ ਮਿਠਾਸ ਹੈ ਉਸ ਨੇ ਟੁੱਟ ਭੱਜ ਹੋ ਕੇ ਉਹਦੇ ਵਿੱਚ ਪ੍ਰੀਜ਼ਰਵ ਹੋ ਜਾਣਾ। ਉਹ 45 ਦਿਨਾਂ ਬਾਅਦ ਤਿਆਰ ਹੋ ਜਾਊਗਾ ਜੀ, ਸਹੀ ਟੈਂਪਰੇਚਰ ਤੇ ਆ ਜਾਊਗਾ ਜੀ, ਤੇ ਉਦੋਂ ਬਾਅਦ ਜੋ ਲੋੜ ਮੁਤਾਬਕ ਤੁਸੀਂ ਕੱਢ ਲਓ। ਜਦੋਂ ਤੁਹਾਨੂੰ ਨਹੀਂ ਲੋੜ ਇਹਨੂੰ ਸਾਲ ਵੀ ਰੱਖ ਸਕਦੇ ਹੋ, 1.5 ਸਾਲ ਵੀ ਰੱਖ ਸਕਦੇ ਹੋ, 2 ਸਾਲ ਤੱਕ ਵੀ ਅਚਾਰ ਬੜੀ ਈਜ਼ੀਲੀ ਬਹੁਤ ਡੇਅਰੀ ਫਾਰਮ ਵਿੱਚ ਚਲਾਉਂਦੇ ਆ। ਜਿਹਨਾਂ ਨੂੰ ਨਹੀਂ ਲੋੜ ਪੈਂਦੀ ਉਹ 2 ਸਾਲ ਵੀ ਰੱਖ ਲੈਂਦੇ, ਪਰ ਜ਼ਿਮੀਂਦਾਰ ਆਪਦਾ ਪ੍ਰਬੰਧ ਇਸ ਤਰ੍ਹਾਂ ਕਰਦਾ ਜੀ, ਉਹਨੂੰ ਪਤਾ ਹੁੰਦਾ ਅਗਲੀ ਫਸਲ ਤੱਕ ਦਾ ਹੀ ਅਚਾਰ ਉਸੇ ਮੁਤਾਬਕ ਹੀ ਅਸੀਂ ਬਣਾ ਲੈਣਾ ਹੁੰਦਾ ਜੀ। ਇੱਕ ਧਿਆਨ ਰੱਖਣਾ ਜਿਹੜੀ ਅਚਾਰ ਟੋਆ ਕਿੰਨਾ ਲੰਬਾ ਚੌੜਾ ਹੋਵੇ ਉਹ ਤੁਹਾਡੇ ਪਸ਼ੂਆਂ ਦੀ ਗਿਣਤੀ 'ਤੇ ਨਿਰਭਰ ਕਰਦਾ ਜੀ। 1 ਫੁੱਟ ਲੰਬਾ, 1 ਫੁੱਟ ਚੌੜਾ ਤੇ 1 ਫੁੱਟ ਡੂੰਘਾ ਟੋਆ ਹੁੰਦਾ ਜਿਹੜਾ, ਇਹ 'ਚ 16 ਤੋਂ 18 ਕਿਲੋ ਪੱਠੇ ਪੈ ਜਾਂਦੇ ਆ ਤੁਹਾਡੀ ਲਤੜਾਈ ਦੇ ਸਿਰ ਤੇ ਜੀ। ਇਸ ਕਰਕੇ ਜਿੰਨੇ ਤੁਹਾਡੇ ਕੋਲੇ ਹਰਾ ਚਾਰਾ ਉਪਲਬਧ ਹੈ ਉਹਦੀ ਗਿਣਤੀ ਕਰ ਲਓ ਜੀ, ਸਾਡਾ ਕਿੰਨਾ ਝਾੜ ਆਊਗਾ ਅੰਦਾਜ਼ਾ ਹੁੰਦਾ। ਜਿਵੇਂ ਦੱਸਿਆ 200 ਕੁਇੰਟਲ ਜੇ ਮੱਕੀ 1 ਕਿੱਲੇ 'ਚ ਨਿਕਲਦੀ ਹੈ ਤਾਂ 200 ਕੁਇੰਟਲ ਦਾ ਹੀ ਅੱਗੇ ਤੋਂ ਟੋਆ ਤਿਆਰ ਕਰਨਾ ਜੀ। ਬਾਕੀ ਰਹੀ ਗੱਲ ਜੀ ਤੁਸੀਂ ਇਹਨੂੰ ਝਾੜਨਾ ਕਿਵੇਂ, ਇਹ ਪਸ਼ੂਆਂ ਦੀ ਗਿਣਤੀ 'ਤੇ ਕੋਸ਼ਿਸ਼ ਕਰਨਾ ਚਾਹੀਦਾ ਵੀ ਜਿਹੜਾ ਪਿੱਟ ਹੈ ਜਦੋਂ ਅਸੀਂ ਖੋਲ੍ਹ ਲਿਆ ਉਹ 1.5-2 ਮਹੀਨੇ ਦੇ ਵਿੱਚ ਚਾਰਿਆ ਜਾਵੇ, ਕਿਉਂਕਿ ਉਦੋਂ ਬਾਅਦ ਇਹਦੇ ਵਿੱਚ ਉੱਲੀ ਵਗੈਰਾ ਪੈਣ ਲੱਗ ਜਾਂਦੀ ਜੀ। ਇੱਕ ਜ਼ਰੂਰ ਧਿਆਨ ਰੱਖਣਾ, ਜਦੋਂ ਅਸੀਂ ਪਿੱਟ ਚਾਰੇ ਪਾਸੇ ਬੰਦ ਕਰਤਾ ਉਦੋਂ ਬਾਅਦ ਬਰਸਾਤ ਦਾ ਪਾਣੀ ਜਾਂ ਕੋਈ ਚੂਹੇ ਦੀ ਖੱਡ ਜਾਂ ਬਾਹਰੋਂ ਕੋਈ ਹਵਾ ਦਾ ਜਾਣ ਦਾ ਰਸਤਾ ਉਹ ਨਹੀਂ ਹੋਣਾ ਚਾਹੀਦਾ ਜੀ। ਇਹਦਾ ਹੋਰ ਕੁਛ ਇਹਦੇ ਵਿੱਚ ਪਾਉਣਾ ਨਹੀਂ, ਕੋਈ ਇਹਦੇ 'ਚ ਮਸਾਲਾ ਨਹੀਂ ਪੈਂਦਾ, ਕੋਈ ਚੀਜ਼ ਨਹੀਂ ਪੈਂਦੀ, ਇਕੱਲੀ ਹਵਾ ਕੱਢਣੀ ਹੈ ਤੇ ਪਾਣੀ ਨਹੀਂ ਲੱਗਣ ਦੇਣਾ ਜੀ। ਹਵਾ ਦੀ ਗੈਰ ਮੌਜੂਦਗੀ ਦੇ ਵਿੱਚ ਹੀ ਰਸਾਇਣਿਕ ਕਿਰਿਆਵਾਂ ਕਰਾਉਣੀ ਹੈ ਤਾਂ ਇਹ ਪ੍ਰੀਜ਼ਰਵ ਹੋ ਜਾਊਗਾ। ਬਹੁਤ ਸੌਖਾ ਤਰੀਕਾ ਜੀ। ਤਾਂ ਜਿਹੜਾ ਇਹ ਅਚਾਰ ਤੁਹਾਡੇ ਕਹਿਣ ਤੇ ਤੁਹਾਡੇ ਦੱਸੇ ਵਿਧੀ ਵਿਧਾਨ ਦੇ ਮੁਤਾਬਕ ਸਾਡੇ ਕਾਸ਼ਤਕਾਰਾਂ ਨੇ ਤਿਆਰ ਕਰ ਲਿਆ। ਬਾਕੀ ਦੇਖੋ ਨਿਰਭਰ ਕਰਦਾ ਹੈ ਪਸ਼ੂ ਦੀ ਸਿਹਤ ਦੇ ਉੱਤੇ ਜਾਂ ਉਹਦੇ ਭਾਰ ਦੇ ਉੱਤੇ ਜਾਂ ਉਹਦੀ ਉਮਰ ਦੇ ਉੱਤੇ, ਪਰ ਫਿਰ ਵੀ ਮੋਟੇ ਤੌਰ 'ਤੇ ਜਿਹੜਾ ਇਹ ਅਚਾਰ ਹੈ ਇਹ ਜਾਨਵਰ ਨੂੰ ਇੱਕ ਦਿਨ ਦੇ ਵਿੱਚ ਕਿੰਨੇ ਕੁ ਅਚਾਰ ਦੀ ਜ਼ਰੂਰਤ ਹੁੰਦੀ ਹੈ, ਮਾਤਰਾ ਦੇ ਵਿੱਚ ਕਿੰਨੀ ਕੁ ਵਾਰੀ ਜ਼ਰੂਰਤ ਹੁੰਦੀ ਹੈ? ਇਹ ਜਿਹੜਾ ਅਸੀਂ ਹਰਾ ਚਾਰਾ ਚਾਹੇ ਅਚਾਰ ਹੈ ਜੀ, ਇਹ ਦੋਨੇ ਅਸੀਂ ਪਸ਼ੂ ਨੂੰ ਭਰਪੇਟ ਖਵਾ ਸਕਦੇ ਹਾਂ ਜੀ। ਜੇ ਸਾਡੇ ਕੋਲ ਹਰਾ ਚਾਰਾ ਪੂਰਾ ਉਪਲਬਧ ਹੈ ਤਾਂ ਅਸੀਂ ਹਰਾ ਚਾਰਾ ਜਿੰਨਾ ਰੱਜਵਾਂ ਪਸ਼ੂ ਖਾ ਸਕਦਾ ਹੁੰਦਾ। ਕੋਈ ਪਸ਼ੂ 40 ਕਿਲੋ ਵੀ ਖਾਂਦਾ, ਕੋਈ 30 ਵੀ ਖਾਂਦਾ ਤੇ ਕੋਈ 50 ਵੀ ਖਾਂਦਾ। ਇਸੇ ਤਰ੍ਹਾਂ ਅਚਾਰ ਵੀ ਅਸੀਂ ਹੁਣ ਤੁਸੀਂ ਦੇਖ ਹੀ ਰਹੇ ਹੋ ਡੇਅਰੀ ਫਾਰਮ ਤੇ ਸਾਰਾ ਅਚਾਰ ਹੀ ਚੱਲ ਰਿਹਾ, ਹਰਾ ਚਾਰਾ ਬਿਲਕੁਲ ਨਹੀਂ ਹੈਗਾ ਜੀ। ਸਾਰਾ ਇਹ ਪੂਰੇ ਸਾਲ ਦਾ ਹੀ ਨਾ ਕੋਈ ਅਚਾਰ ਦਾ ਸਟਾਕ ਕਰਿਆ ਹੁੰਦਾ ਜੀ। ਇਸ ਕਰਕੇ ਪਸ਼ੂ ਨੂੰ ਲੋੜ ਮੁਤਾਬਕ ਜਿੰਨੀ ਉਹ ਖਾਣਾ ਚਾਹੁੰਦਾ ਉਹ ਅਚਾਰ ਉਹਨੂੰ ਦਿੱਤਾ ਜਾ ਸਕਦਾ ਜੀ। ਉਸ ਦੇ ਵਿੱਚ ਚਾਹੇ ਹਰਾ ਚਾਰਾ ਹੈ ਚਾਹੇ ਅਚਾਰ ਹੈ, ਇਹਦੇ ਵਿੱਚ ਆਪਦੀ ਬਣਦੀ ਜਿਹੜੀ ਫੀਲ ਹੈ ਉਹ ਸਾਰੀ ਮਿਕਸ ਕਰਕੇ TM ਰਾਸ਼ਨ ਰਾਹੀਂ ਮਿਕਸ ਕਰਕੇ ਅਸੀਂ ਪਸ਼ੂ ਨੂੰ
ਹਰੇਕ ਡੇਅਰੀ ਫਾਰਮ ਦਾ ਆਪੋ ਆਪਣਾ ਅਨੁਭਵ ਹੈ। ਕੋਈ 2 ਵਾਰੀ ਫੀਡਿੰਗ ਕਰਦਾ ਹੈ, ਕੋਈ 3 ਵਾਰੀ ਵੀ ਫੀਡਿੰਗ ਕਰਦਾ ਹੈ। ਉਹ ਹਰ ਇੱਕ ਪਸ਼ੂ ਪਾਲਕ ਦਾ ਜਿਹੜਾ ਆਪੋ ਆਪਣਾ ਤਜਰਬਾ ਹੈ। ਪਰ ਆਮ ਕਰਕੇ ਜਿਹੜਾ ਹੈ ਵੀ ਸਵੇਰੇ ਸ਼ਾਮ 2 ਵਾਰ ਅਸੀਂ ਪਸ਼ੂਆਂ ਨੂੰ ਜਿਹੜੀ ਫੀਡਿੰਗ ਕਰਨੀ ਚਾਹੀਦੀ ਹੈ ਅਤੇ ਉਹਦੀ ਲੋੜ ਮੁਤਾਬਕ ਭਰ ਪੇਟ ਉਹਦੀ ਇੱਛਾ ਮੁਤਾਬਕ ਉਹਨੂੰ ਖਵਾ ਸਕਦੇ ਜੀ। ਤਾਂ ਡਾਕਟਰ ਸਾਹਿਬ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਅੱਜ ਦੀ ਇਸ ਗੱਲਬਾਤ ਦੇ ਵਿੱਚ, ਅੱਜ ਦੀ ਇਸ ਮੁਲਾਕਾਤ ਦੇ ਵਿੱਚ ਜਾਂਦਿਆਂ ਜਾਂਦਿਆਂ ਮੈਂ ਤੁਹਾਡੇ ਤੋਂ ਸਾਡੇ ਉਹਨਾਂ ਤਮਾਮ ਦਰਸ਼ਕਾਂ ਦੇ ਵਾਸਤੇ ਜਿਹੜੇ ਬੜੀ ਨੀਝ ਦੇ ਨਾਲ, ਬੜੀ ਗੌਰ ਦੇ ਨਾਲ ਜਿਹੜੀ ਤੁਹਾਡੀ ਗੱਲਬਾਤ ਨੂੰ ਇਸ ਵਕਤ ਇੰਡੀਅਨ ਸਫਲ ਕਿਸਾਨ YouTube ਚੈਨਲ ਦੇ ਮਾਧਿਅਮ ਦੇ ਰਾਹੀਂ ਦੇਖ ਰਹੇ ਨੇ, ਸੁਣ ਰਹੇ ਨੇ, ਤਾਂ ਉਹਨਾਂ ਦੇ ਵਾਸਤੇ, ਮੱਕੀ ਕਾਸ਼ਤਕਾਰਾਂ ਦੇ ਵਾਸਤੇ ਤੁਹਾਡਾ ਕੀ ਸੁਨੇਹਾ? ਮੱਕੀ ਕਾਸ਼ਤਕਾਰਾਂ ਵਾਸਤੇ ਬਹੁਤ ਹੀ ਵਧੀਆ ਜਿਹੜਾ ਹੁਣ ਮੌਕਾ ਹੈ ਜੀ। ਸਮੇਂ ਮੁਤਾਬਕ ਇਸ ਮੌਕੇ ਨੂੰ ਕੈਸ਼ ਕਰਨਾ ਬਣਦਾ ਜੀ। ਸਾਰੀਆਂ ਸਰਕਾਰਾਂ ਦਾ, ਸੈਂਟਰ ਗੌਰਮੈਂਟ ਦਾ, ਸਟੇਟ ਗੌਰਮੈਂਟ ਦਾ ਸਾਰਾ ਜ਼ੋਰ ਲੱਗਿਆ ਵੀ ਪਸ਼ੂਆਂ ਦੀ ਜਿਹੜੀ ਫਸਲਾਂ ਦੀ ਵਿਭਿੰਨਤਾ ਲਿਆਂਦੀ ਜਾਵੇ ਜੀ। ਝੋਨੇ ਵਾਲੇ ਜਿਹੜੇ ਸਾਡੇ ਫਸਲੀ ਚੱਕਰ ਚੋਂ ਨਿਕਲਿਆ ਜਾਵੇ ਜੀ। ਤੇ ਝੋਨੇ ਔਰ ਕਣਕ ਦੇ ਜਿਹੜੇ ਫਸਲੀ ਚੱਕਰ ਚੋਂ ਨਿਕਲਣ ਦਾ ਸਾਰਿਆਂ ਨਾਲੋਂ ਵਧੀਆ ਜਿਹੜਾ ਸਬਸਟੀਟਿਊਟ ਹੈ ਉਹ ਮੱਕੀ ਹੈ। ਕਿਉਂ ਮੱਕੀ ਨੂੰ ਜਿੱਥੇ ਅਸੀਂ ਆਪਦੇ ਪਸ਼ੂਆਂ ਨੂੰ ਖਵਾ ਸਕਦੇ ਹਾਂ, ਡੇਅਰੀ ਪ੍ਰਫੁੱਲਤ ਕਰ ਸਕਦੇ ਹਾਂ, ਦੁੱਧ ਦਾ ਕਾਰੋਬਾਰ ਵਧਾ ਸਕਦੇ ਹਾਂ, ਉਸ ਤੋਂ ਇਲਾਵਾ ਮੱਕੀ ਨੂੰ ਅਸੀਂ ਕਮਰਸ਼ੀਅਲ ਤੌਰ 'ਤੇ ਬੀਜ ਕੇ ਬਹੁਤ ਹੀ ਵੱਡੇ ਪੱਧਰ 'ਤੇ ਇਹਦਾ ਅਚਾਰ ਬਣਾ ਕੇ ਦੂਸਰੇ ਸਟੇਟਾਂ ਜਿੱਥੇ ਹਰੇ ਚਾਰੇ ਦੀ ਬਹੁਤ ਹੀ ਕਮੀ ਹੈ, ਰਾਜਸਥਾਨ, ਗੁਜਰਾਤ, ਯੂਪੀ, ਜਿੱਥੇ ਤੂੜੀ ਦੇ ਰੇਟ ਹੀ 1500 ਰੁਪਏ ਹੋਏ ਪਏ ਹੈ, ਹਰਾ ਚਾਰਾ ਤਾਂ ਲੱਭਦਾ ਹੀ ਨਹੀਂ, ਉੱਥੇ ਅਸੀਂ ਜਿਹੜੇ ਸਾਡੇ ਕਿਸਾਨ ਹੈ, ਅਗਾਂਹ ਵਧੂ ਕਿਸਾਨ, ਉਹ ਆਪਦਾ ਪ੍ਰੋਫੈਸ਼ਨਲ ਤੌਰ 'ਤੇ ਇਸ ਨੂੰ ਪ੍ਰੋਸੈਸ ਕਰਕੇ ਉੱਥੇ ਵਾਧੂ ਮੁਨਾਫਾ ਵੀ ਕਮਾ ਸਕਦੇ ਹੈ। ਅਤੇ ਇਸ ਕਰਕੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਹੀ ਸੁਨੇਹਾ ਦੇਣਾ ਚਾਹੁੰਦਾ ਕਿ ਉਹ ਮੱਕੀ ਵੱਲ ਜ਼ਿਆਦਾ ਧਿਆਨ ਦੇਣ, ਝੋਨੇ ਦੀ ਬਜਾਏ ਮੱਕੀ ਦੀਆਂ ਹੀ 2-3 ਫਸਲਾਂ ਲੈ ਲੈਣ ਅਤੇ ਇਹਦਾ ਅਚਾਰ ਬਣਾ ਕੇ ਵਧੀਆ ਮੁਨਾਫਾ ਕਮਾਇਆ ਜਾ ਸਕਦਾ। ਜੀ। ਡਾਕਟਰ ਸਾਹਿਬ, ਭਾਵੇਂ ਕਿ ਬਹੁਤ ਵਿਸਥਾਰ ਦੇ ਵਿੱਚ, ਬਹੁਤ ਸੰਜਮ ਨਾਲ, ਥੋੜ੍ਹੇ ਸਮੇਂ ਦੇ ਵਿੱਚ ਕਾਫੀ ਵੱਡੇ ਪੱਧਰ 'ਤੇ ਤੁਸੀਂ ਗੱਲਾਂ ਬਾਤਾਂ ਕੀਤੀਆਂ, ਪਰ ਮੱਕੀ ਦੀ ਕਾਸ਼ਤਕਾਰੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਿਸ਼ਾਲ ਸੰਕਲਪ ਹੈ। ਬਹੁਤ ਸਾਰੀਆਂ ਗੱਲਾਂ ਬਾਤਾਂ ਰਹਿ ਵੀ ਗਈਆਂ ਹੋਣਗੀਆਂ, ਜਾਂ ਕੁਝ ਗੱਲਾਂ ਬਾਤਾਂ ਕਈ ਵਾਰੀ ਸਮਝ ਵੀ ਨਹੀਂ ਆਉਂਦੀਆਂ ਗਈਆਂ। ਜੇ ਕੋਈ ਸਾਡਾ ਕਿਸਾਨ ਭਰਾ, ਖਾਸ ਕਰਕੇ ਕੋਈ ਮੱਕੀ ਦਾ ਕਾਸ਼ਤਕਾਰ, ਕੋਈ ਹੋਰ ਜਾਣਕਾਰੀ ਇਕੱਤਰ ਕਰਨਾ ਚਾਹੁੰਦਾ ਹੈ, ਆਪਣੀ ਫਸਲ ਦੀ ਕੋਈ ਸਮੱਸਿਆ ਰੱਖਣੀ ਚਾਹੁੰਦਾ ਹੈ, ਜਾਂ ਕੋਈ ਸਲਾਹ ਲੈਣੀ ਚਾਹੁੰਦਾ ਹੈ, ਜਾਂ ਕੋਈ ਆਪਣੇ ਤਜਰਬੇ ਜਾਂ ਨਿੱਜੀ ਅਨੁਭਵਾਂ ਦੇ ਵਿੱਚੋਂ ਉਪਜੀ ਹੋਈ ਕੋਈ ਚੰਗੀ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹੈ, ਤਾਂ ਫਿਰ ਉਹ ਕਿੱਥੇ ਪਹੁੰਚ ਕਰਨ, ਕਿਹੜੇ ਵੇਲੇ ਮਿਲਣ, ਕਿਹਨੂੰ ਮਿਲਣ? ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਾਫੀ ਸਾਰੇ ਅਦਾਰੇ ਆ ਜਿਨ੍ਹਾਂ ਨਾਲ ਹਰੇ ਚਾਰੇ ਸੰਬੰਧੀ ਕਦੋਂ ਵੀ ਕਿਸੇ ਟਾਈਮ ਵੀ ਤੁਸੀਂ ਗੱਲ ਕਰ ਸਕਦੇ ਹੋ। ਜੀ। ਪਸ਼ੂ ਪਾਲਣ ਮਹਿਕਮੇ ਦੇ ਵਿੱਚ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨਾਲ ਤੁਸੀਂ ਗੱਲ ਕਰ ਸਕਦੇ ਹੋ। ਜਿਹਦੇ ਸਾਡੇ ਇੱਕ ਖੁਰਾਕ ਤੇ ਚਾਰਾ ਵਿੰਗ ਹੈ ਜੀ, ਜਿਹਦੇ ਵਿੱਚ ਇੱਥੇ ਮੈਂ ਤੈਨਾਤ ਹਾਂ। ਮੇਰੇ ਨਾਲ ਜਦੋਂ ਮਰਜ਼ੀ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਜੀ। ਮੇਰਾ ਨਾਮ ਰਜਿੰਦਰ ਸਿੰਘ ਹੈ ਜੀ। 94 172 34 076 ਮੇਰਾ ਨੰਬਰ ਹੈ ਜੀ। ਇਸ ਤੋਂ ਇਲਾਵਾ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਹੈ ਜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹੈ, ਸਾਡੇ ਫਾਰਮ ਸਲਾਹ ਕੇਂਦਰ ਨੇ ਜੀ। ਇਹ ਸਾਰੇ ਹੀ ਅਦਾਰੇ ਜਿਹੜੇ ਹੈ ਕਿਸਾਨਾਂ ਦੀ ਸੇਵਾ 'ਚ ਤਤਪਰ ਨੇ। ਜਦੋਂ ਮਰਜ਼ੀ ਇਹ ਸਾਰੀਆਂ ਸੇਵਾਵਾਂ ਇਹਨਾਂ ਅਦਾਰਿਆਂ ਦੀਆਂ ਇਹਨਾਂ ਵਾਸਤੇ ਉਪਲਬਧ ਹੁੰਦੀਆਂ ਜੀ। ਤਾਂ ਡਾਕਟਰ ਸਾਹਿਬ, ਤੁਸੀਂ ਸਫਲ ਕਿਸਾਨ YouTube ਚੈਨਲ ਦੇ ਵਾਸਤੇ ਖੁੱਲ੍ਹਾ ਸਮਾਂ ਕੱਢਿਆ ਅਤੇ ਮੱਕੀ ਦੀ ਸੁਚੱਜੀ ਕਾਸ਼ਤਕਾਰੀ ਦੇ ਵਾਸਤੇ ਬਹੁਤ ਖੂਬਸੂਰਤ ਤੁਸੀਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। ਸਾਨੂੰ ਆਸ ਹੈ, ਉਮੀਦ ਹੈ ਕਿ ਤੁਹਾਡੀਆਂ ਜਿਹੜੀਆਂ ਇਹ ਗੱਲਾਂ ਬਾਤਾਂ, ਜੋ ਕਿ ਬਹੁਤ ਵਜ਼ਨਦਾਰ, ਅਸਰਦਾਰ, ਸਮੇਂ ਦੇ ਮੁਤਾਬਕ ਨੇ, ਸਾਡੇ ਮੱਕੀ ਦੇ ਕਾਸ਼ਤਕਾਰ ਕਿਸਾਨ ਭਰਾਵਾਂ ਦੇ ਕੰਮ ਆਉਣਗੀਆਂ। ਅਤੇ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਵਕਤ ਕੱਢਣ ਦੇ ਲਈ, ਇਸ ਮੁਲਾਕਾਤ ਦਾ ਹਿੱਸਾ ਬਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਇੰਡੀਅਨ ਸਫਲ ਕਿਸਾਨ YouTube ਚੈਨਲ ਦੇ ਨਾਲ ਜੁੜੇ ਹੋਏ ਪਿਆਰੇ ਦਰਸ਼ਕੋ, ਡਾਕਟਰ ਰਜਿੰਦਰ ਸਿੰਘ ਸਿੱਧੂ, ਖੇਤੀਬਾੜੀ ਵਿਕਾਸ ਅਫਸਰ, ਚਾਰਾ ਅਤੇ ਖੁਰਾਕ ਪ੍ਰਬੰਧ, ਪਸ਼ੂ ਪਾਲਣ ਵਿਭਾਗ ਦੇ ਵੱਲੋਂ ਉਹਨਾਂ ਨੇ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਮੱਕੀ ਦੀ ਸੁਚੱਜੀ ਸਾਂਭ ਸੰਭਾਲ ਬਾਰੇ ਗੱਲਾਂ ਬਾਤਾਂ ਕੀਤੀਆਂ। ਅਤੇ ਗੱਲਾਂ ਬਾਤਾਂ ਅਸੀਂ ਸਾਂਝੀਆਂ ਕੀਤੀਆਂ ਸਰਦਾਰ ਜਗਜੀਤ ਸਿੰਘ ਸਿੱਧੂ, ਜਿਹੜੇ ਕਿ ਪੰਜਾਬ ਦੇ ਬੜੇ ਪ੍ਰਸਿੱਧ ਡੇਅਰੀ ਫਾਰਮਰ ਨੇ, ਪਿੰਡ ਕੋਟ ਸ਼ਮੀਰ, ਜ਼ਿਲ੍ਹਾ ਬਠਿੰਡਾ ਵਿਖੇ ਇਹਨਾਂ ਦਾ ਬੜਾ ਖੂਬਸੂਰਤ ਅਤੇ ਆਧੁਨਿਕ ਤਰੀਕਿਆਂ ਦਾ, ਤਕਨੀਕਾਂ ਦਾ ਡੇਅਰੀ ਫਾਰਮ ਹੈ। ਅਤੇ ਹੋਰਨਾਂ ਕਿਸਾਨਾਂ ਦੇ ਵਾਸਤੇ, ਪਸ਼ੂ ਪਾਲਕਾਂ ਦੇ ਲਈ, ਡੇਅਰੀ ਫਾਰਮਰਾਂ ਦੇ ਵਾਸਤੇ ਇਹ ਬੜੇ ਖਿੱਚ ਦੇ ਕੇਂਦਰ ਬਣੇ ਹੋਏ ਨੇ। ਇਹਨਾਂ ਦੇ ਡੇਅਰੀ ਫਾਰਮ ਬਾਰੇ, ਇਹਨਾਂ ਦੇ ਜਾਨਵਰਾਂ ਬਾਰੇ, ਜਾਂ ਫਿਰ ਇਹਨਾਂ ਦੇ ਡੇਅਰੀ ਮੈਨੇਜਮੈਂਟ ਬਾਰੇ, ਜਾਂ ਇਹਨਾਂ ਨੇ ਡੇਅਰੀ ਦੇ ਖੇਤਰ ਦੇ ਵਿੱਚ ਦੁੱਧ ਦੀ ਪੈਦਾਵਾਰ ਦੇ ਰਿਕਾਰਡ ਵਜੋਂ, ਜਾਨਵਰਾਂ ਦੇ ਨਸਲ ਸੁਧਾਰ ਦੇ ਵਜੋਂ ਕੀ ਮੱਲਾਂ ਮਾਰੀਆਂ ਨੇ, ਇਸ ਵਿਸ਼ੇ 'ਤੇ ਤਾਂ ਆਪਾਂ ਜਿਹੜੀ ਗੱਲਬਾਤ ਕਿਸੇ ਫੇਰ ਦਿਨ ਕਰਾਂਗੇ। ਅਤੇ ਅੱਜ ਜਿਹੜੀ ਆਪਣੀ ਗੱਲਬਾਤ ਦਾ ਜਿਹੜਾ ਕੇਂਦਰੀ ਅਤੇ ਮੂਲ ਵਿਸ਼ਾ ਹੈ ਉਹ ਹੈ ਜੀ ਮੱਕੀ ਦੀ ਸੁਚੱਜੀ ਕਾਸ਼ਤਕਾਰੀ। ਤਾਂ ਸਿੱਧੂ ਸਾਹਿਬ, ਪਿਛਲੇ ਸਾਲ ਤੋਂ ਤੁਸੀਂ ਆਪਣੇ ਨਗਰ ਦੇ ਵਿੱਚ ਵੱਡੇ ਪੱਧਰ 'ਤੇ ਮੱਕੀ ਦੇ ਹੇਠ ਰਕਬਾ ਲਿਆਉਂਦੇ ਹੋ, ਅਤੇ ਜਾਨਵਰਾਂ ਨੂੰ ਤੁਸੀਂ ਜਿਹੜਾ ਇਹ ਮੱਕੀ ਦਾ ਅਚਾਰ ਚਾਰਦੇ ਹੋ।
ਇਹੀ ਕਾਰਨ ਹੈ ਕਿ ਜਿਹੜੇ ਤੁਹਾਡੇ ਜਾਨਵਰ ਆ ਬੜੇ ਨਿਰੋਗ ਨੇ, ਬੜੇ ਤੰਦਰੁਸਤ ਨੇ। ਦੁੱਧ ਦੀ ਵਿੱਚ ਤੁਸੀਂ ਜਿਹੜੀ ਪੰਜਾਬ ਦੇ ਵਿੱਚ ਰਿਕਾਰਡ ਪੈਦਾਵਾਰ ਕਰ ਰਹੇ ਹੋ, ਨਾਲੋਂ ਨਾਲ ਨਸਲ ਸੁਧਾਰ ਦੇ ਵਿੱਚ ਵੀ ਤੁਹਾਡਾ ਬੜਾ ਯੋਗਦਾਨ ਹੈ। ਤੁਹਾਡੇ ਡੇਅਰੀ ਫਾਰਮ ਕਰਕੇ ਬਹੁਤ ਸਾਰੇ ਹੋਰ ਕਿਸਾਨ ਜਾਂ ਨਵੇਂ ਜਿਹੜੇ ਨੌਜਵਾਨ ਮੁੰਡੇ ਆ ਉਹ ਇਸ ਪਾਸੇ ਆਏ ਨੇ। ਤੁਸੀਂ ਨਵੇਂ ਦਿਸ ਹੱਦੇ ਜਾਂ ਕਹਿ ਲਓ ਕਿ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਨੇ। ਤਾਂ ਫਿਰ ਮੱਕੀ ਦੀ ਕਾਸ਼ਤਕਾਰੀ ਦਾ ਤੁਹਾਡਾ ਕੀ ਤਜਰਬਾ ਹੈ? ਮੱਕੀ ਤਾਂ ਜੀ ਮੇਨ ਇਹਦੇ ਵਿੱਚ ਸਾਈਲੇਜ ਦਾ ਹੈ, ਜਿਹੜਾ ਹਰ ਸਾਲ ਅਸੀਂ ਇਸ ਮਹੀਨਿਆਂ ਦੇ ਦੌਰਾਨ ਬਣਾਉਣਾ। ਜਾਂ ਤਾਂ ਆਲੂਆਂ ਵਾਲੀ ਦੇ ਵਿੱਚ ਬਜਾਂਦ ਹੁੰਦੀ ਹੈ ਮੱਕੀ ਦੀ, ਜਾਂ ਫਿਰ ਉਹ ਕਣਕ ਵਾਲਿਆਂ ਦੇ ਵਿੱਚ। ਉਹਦਾ ਮੇਨ ਮੂਲ ਇਹ ਹੁੰਦਾ ਕਿ ਸਾਰਾ ਸਾਲ ਪੱਠਾ ਅਵੇਲੇਬਲ ਕਰਨਾ, ਕਿਉਂਕਿ ਜੇ ਆਪਾਂ ਗ੍ਰੀਨ ਫੋਡਰ ਦੀ ਗੱਲ ਕਰੀਏ ਤਾਂ ਉਹ ਸਾਰਾ ਸਾਲ ਪੈਰਲਰ ਇੱਕ ਤਰੀਕੇ ਨਾਲ ਨਹੀਂ ਚੱਲਦਾ, ਕਿਉਂਕਿ ਕਿਤੇ ਬਾਰਿਸ਼ਾਂ ਹੋ ਗਈਆਂ, ਕਿਤੇ ਕਟਾਈ ਸਮੇਂ ਸਿਰ ਨਹੀਂ ਹੋਈ, ਜਾਂ ਇਹ ਕਹਿ ਲਓ ਵੀ ਜਿਹੜਾ ਮੱਕੀ ਦਾ ਇੰਨੀ ਪਸ਼ੂਆਂ ਨੂੰ ਪਾਉਣ ਦਾ ਜਿਹੜਾ ਸਮਾਂ ਹੈ, ਜੇ ਆਪਾਂ ਦੋਧੇ ਮੱਕੀ ਦੇ ਉੱਤੇ ਗੱਲ ਕਰੀਏ ਤਾਂ 10 ਤੋਂ 11 ਦਿਨ ਹੀ ਰਹਿੰਦਾ। ਤਾਂ ਉਹ ਸਾਰਾ ਸਾਲ ਇੱਕੋ ਜਿਹਾ ਸਹੀ ਕਰਨ ਲਈ ਸਮਾਂ ਬੜਾ ਮੁਸ਼ਕਿਲ ਹੈ। ਇਸ ਲਈ ਸਾਈਲੇਜ ਜਾਂ ਅਚਾਰ ਬਣਾਉਣਾ ਫਾਰਮਰ ਦੀ ਪਹਿਲੀ ਜ਼ਰੂਰਤ ਹੈ ਇਹ ਮੇਨ, ਤਾਂ ਕਿ ਉਹਦੇ ਅਨੁਸਾਰ ਹੀ ਸਾਰਾ ਸਾਲ ਪਸ਼ੂਆਂ ਨੂੰ ਜਿਹੜਾ ਇੱਕੋ ਜਿਹਾ TMR ਯਾਨੀ ਕਿ ਟੋਟਲ ਮਿਕਸ ਰਾਸ਼ਨ, ਵੀ ਸਾਰਾ ਰਾਸ਼ਨ ਫੀਡ ਹੋ ਗਿਆ, ਅਚਾਰ ਹੋ ਗਿਆ, ਤੂੜੀ ਹੋ ਗਿਆ, ਉਹਦੀ ਲੋੜ ਅਨੁਸਾਰ ਮਿਕਸ ਕਰਕੇ ਉਹਨਾਂ ਨੂੰ ਇੱਕੋ ਜਿਹੇ ਤਰੀਕੇ ਨਾਲ ਸਾਰਾ ਸਾਲ ਪਾਇਆ ਜਾਂਦਾ ਜੀ। ਸਰਦਾਰ ਜਗਜੀਤ ਸਿੰਘ ਸਿੱਧੂ ਸਾਹਿਬ, ਸਿੱਧੂ ਡੇਅਰੀ ਫਾਰਮ ਕੋਟ ਸ਼ਮੀਰ ਨੇ ਆਪਣੇ ਨਿੱਜੀ ਤਜਰਬਿਆਂ ਦੇ ਵਿੱਚੋਂ ਉਪਜੀਆਂ ਹੋਈਆਂ ਜਿਹੜੀਆਂ ਗੱਲਾਂ ਮੱਕੀ ਦੇ ਅਚਾਰ ਸੰਬੰਧੀ ਜਾਂ ਕਾਸ਼ਤਕਾਰੀ ਸੰਬੰਧੀ ਸਾਂਝੀਆਂ ਕੀਤੀਆਂ। ਸਿੱਧੂ ਸਾਹਿਬ ਤੁਹਾਡੇ ਸਮੁੱਚੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ।